ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀਵਾਰ ਪਿਛਲੇ ਕੁਛ ਪ੍ਰੋਗਰਾਮਾਂ ਤੋਂ ਕਿਤਾਬ 'ਚ ਵਿਚਾਰ ਰਹੇ ਹਾਂ ਸਿੱਖ ਧਰਮ ਫਿਲਾਸਫੀ ਜਾਂ ਸਿੱਖ ਧਰਮ ਫਲਸਫਾ, ਜਿਹਦੇ ਵਿੱਚ ਮੁੱਢਲੇ ਜਿਹੜੇ ਸਿੱਖ ਸੰਕਲਪ ਨੇ ਉਹਨਾਂ ਬਾਰੇ ਸੰਖੇਪ ਦੇ ਵਿੱਚ ਚਰਚਾ ਹੋਈ ਆ ਅਤੇ ਉਹਨੂੰ ਫਿਰ ਅਸੀਂ ਫਰਦਰ ਜਿਹੜਾ ਆ ਵੀ ਐਕਸਪੈਂਡ ਕਰੀਦਾ ਜੀ। ਅਤੇ ਉਹਦੇ ਵਿੱਚ ਆਪਾਂ ਅਜੇ ਤੱਕ ਵੀ ਧਰਮ ਕੀ ਹੈ, ਧਰਮ ਦੀ ਲੋੜ ਕੀ ਆ, ਕਿਉਂ ਪੈਂਦੀ ਆ, ਅਤੇ ਉਹੋ ਜਿਹੇ ਜਿਹੜੇ ਸੰਕਲਪ ਨੇ ਉਹ ਆਪਾਂ ਵਿਚਾਰੇ ਨੇ ਪਿੱਛੇ ਜੀ। ਅਤੇ ਅੱਜ ਜਿਹੜਾ ਆਪਾਂ ਸੰਕਲਪ ਲੈਣਾ ਆ ਉਹ ਹੈ ਵੀ ਰੱਬ ਜਾਂ ਅਕਾਲ ਪੁਰਖ। ਅਤੇ ਆਪਾਂ ਜਿਵੇਂ ਮੂਲ ਮੰਤਰ ਦੇ ਵਿੱਚ ਅਕਾਲ ਮੂਰਤ ਹੁੰਦਾ ਆ ਅਤੇ ਕਰਤਾ ਪੁਰਖ ਜੀ। ਅਤੇ ਅਕਾਲ ਪੁਰਖ ਜਿਹੜਾ ਆ ਉਹ ਇਹ ਜਾਪਦਾ ਵੀ ਜਿਵੇਂ ਇਹਨਾਂ ਦੋ ਸ਼ਬਦਾਂ ਦਾ ਜਿਹੜਾ ਆ ਵੀ ਟਰਮਾਂ ਦਾ ਜਿਹੜਾ ਮਿਲ ਕੇ ਬਣਿਆ ਵੀ ਅਕਾਲ ਪੁਰਖ, ਉਹਨੂੰ ਆਪਾਂ ਰੱਬ ਨੂੰ ਸੰਬੋਧਨ ਕਰਨੇ ਲਈ ਵਰਤਦੇ ਹਾਂ ਜੀ। ਅਤੇ ਉਸ ਬਾਰੇ ਇਸ ਕਿਤਾਬ 'ਚ ਇਹਦੇ ਵਿੱਚ ਵੀ ਕੀ ਵਿਚਾਰ ਹੋਈ ਆ ਜੀ, ਉਹ ਅੱਜ ਆਪਾਂ ਪੜ੍ਹਦੇ ਹਾਂ ਅਤੇ ਉਹਨੂੰ ਫਿਰ ਆਪਾਂ ਹੋਰ ਵਿਚਾਰਦੇ ਹਾਂ। ਅਤੇ ਜਿੱਥੇ ਸਾਨੂੰ ਲੱਗਿਆ ਵੀ ਇਹ ਜਿਹੜਾ ਕੋਈ ਸਟੇਟਮੈਂਟ ਆ ਵੀ ਇਹ ਗੁਰਮਤ ਦੇ ਕਿਸੇ ਪੱਖ ਨੂੰ ਵੀ ਕਲੈਰੀਫਾਈ ਕਰਦੀ ਆ ਜਾਂ ਧੁੰਦਲਾ ਕਰਦੀ ਆ, ਉੱਥੇ ਫਿਰ ਜੋ ਸਾਡੇ ਵਿਚਾਰ ਹੋਏ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ। ਬਿਲਕੁਲ। ਅਤੇ ਪੜ੍ਹੀਏ ਗੁਰਪ੍ਰੀਤ ਸਿੰਘ ਜੀ। ਆਰਟੀਕਲ ਹੈਗਾ ਜੀ ਅਕਾਲ ਪੁਰਖ। ਹਾਂਜੀ। ਤੇ ਵਿੱਚ ਲਿਖਦੇ ਹਨ ਕਿ ਜਿਹੜੀ ਹਸਤੀ ਸਾਰੇ ਦਿਸਦੇ ਤੇ ਅਣਦਿਸਦੇ ਸੰਸਾਰ ਨੂੰ ਹੋਂਦ ਦੇ ਵਿੱਚ ਲਿਆਉਣ ਵਾਲੀ ਹੈ ਉਸ ਦਾ ਨਾਮ ਅਕਾਲ ਪੁਰਖ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸਰੂਪ ਇਹਨਾਂ ਸ਼ਬਦਾਂ ਵਿੱਚ ਕਥਨ ਕੀਤਾ ਹੈ। ਫਿਰ ਉਹ ਥੱਲੇ ਮੂਲ ਮੰਤਰ ਲਿਖਦੇ ਹਨ, ਇਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਰਾਈਟ। ਹੁਣ ਇੱਕ ਤਾਂ ਇੱਥੇ ਜਿਹੜਾ ਨਾ ਵੀ ਉਹ ਆਪਾਂ ਥੋੜ੍ਹਾ ਜਿਹਾ ਇਹਨੂੰ ਆਪਣੀ ਆਦਤ ਬਣਾਈਏ ਇਸ ਚੀਜ਼ ਨੂੰ, ਭਈ ਜਿੱਦਾਂ ਹੁਣ ਇਹਨਾਂ ਨੇ ਸਟੇਟਮੈਂਟ ਦੇ ਦਿੱਤੀ ਵੀ ਉਸ ਹਸਤੀ ਦਾ ਨਾਮ ਅਕਾਲ ਪੁਰਖ ਹੈ ਜੀ। ਹੁਣ ਇਹਨੂੰ ਇੱਦਾਂ ਕਹਿਣਾ ਜਿਹੜਾ ਆ ਵੀ ਉਹ ਇੱਦਾਂ ਲੱਗਦਾ ਵੀ ਜਿੱਦਾਂ ਵੀ ਉਹ ਰੱਬ ਦਾ ਨਾਮ ਅਕਾਲ ਪੁਰਖ ਆ, ਅਤੇ ਉਹ ਨਾਮ ਕਿਹਨੇ ਦਿੱਤਾ, ਕਿਹਨੇ ਰੱਖਿਆ ਜੀ, ਕੌਣ ਆ ਵੀ ਜਿਹੜਾ ਜਾਣਦਾ। ਜਦ ਕਿ ਆਪਾਂ ਜਾਣਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਇਹ ਕਲੀਅਰਲੀ ਦੇਖਿਆ ਹੋਇਆ ਵੀ ਉਹਨੂੰ ਕਿਸੇ ਵੀ ਨਾਮ ਨਾਲ ਯਾਦ ਕਰ ਲਓ, ਬਿਲਕੁਲ ਉਹ ਸਹੀ ਆ। ਬਿਲਕੁਲ। ਵੀ ਇੱਕ ਖਾਸ ਤੌਰ 'ਤੇ ਉਹ ਸਿਰਫ ਇੰਨਾ ਜ਼ਰੂਰ ਕਹਿ ਲਓ ਵੀ ਇਸ ਚੀਜ਼ ਦੀ ਵਕਾਲਤ ਕਰਦੇ ਆ ਵੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜੇ ਗੁਣ ਤੁਸੀਂ ਚਾਹੁੰਦੇ ਆ ਜੀ, ਉਹਨਾਂ ਗੁਣਾਂ ਨੂੰ ਦਰਸਾਉਂਦਾ ਹੋਇਆ ਨਾਮ ਜੇ ਤੁਸੀਂ ਲੈਂਦੇ ਆ ਰੱਬ ਦਾ ਜੀ, ਅਤੇ ਉਹ ਬਿਹਤਰ ਆ। ਵੀ ਜਿੱਦਾਂ ਭਗਤ ਨਾਮਦੇਵ ਜੀ ਦਾ ਵੀ ਆਉਂਦਾ ਸ਼ਬਦ ਵੀ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੇ ਨਾਮ ਦੇ ਨਾਲ ਤੁਸੀਂ ਯਾਦ ਕਰਦੇ ਆ ਰੱਬ ਨੂੰ ਜੀ ਆਖਰੀ ਸਮੇਂ ਦੇ ਉੱਤੇ, ਵੀ ਭਗਤ ਨਾਮਦੇਵ ਦੀ ਜਾਂ ਭਗਤ ਕਬੀਰ ਜੀ ਦਾ ਮੈਨੂੰ ਭੁੱਲ ਗਿਆ ਹੁਣ ਜੀ, ਅਤੇ ਉਹੋ ਹੀ ਤੁਸੀਂ ਅਗਲੀ ਜੂਨ ਦੇ ਵਿੱਚ ਪੈ ਜਾਂਦੇ ਆ। ਅਤੇ ਉਹ ਮਤਲਬ ਚਲੋ ਉਹ ਵੈਸੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਆਧਾਰ ਲੈਂਦੇ ਆ ਵੀ ਹਿੰਦੂ ਮੱਤ ਦੀਆਂ ਜਿਹੜੀਆਂ ਆ ਵੀ ਮਨੌਤਾਂ ਦੇ ਮੁਤਾਬਕ ਫਿਰ ਉਹ ਉਹਦੇ ਵਿੱਚ ਉਦਾਹਰਨ ਦਿੰਦੇ ਆ। ਉਹ ਕਹਿੰਦੇ ਵੀ ਇਹ ਵੀ ਜੇ ਤੁਸੀਂ ਕਹਿ ਲਓ ਵੀ ਸ਼ਿਵ ਜੀ ਨੂੰ ਇੱਦਾਂ ਯਾਦ ਕਰਦੇ ਆ ਅਤੇ ਫਿਰ ਤੁਸੀਂ ਅਗਲੇ ਜਨਮ ਚਾਹ ਬਣੋਗੇ, ਉਹਨੂੰ ਸਾਰੀਆਂ ਉਦਾਹਰਨਾਂ ਦੇ ਜਿਹਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹ ਮਜ਼ਾਕ ਜਿਹਾ ਬਣ ਜਾਂਦਾ ਆ ਵੀ ਇਹਨਾਂ ਦਾ ਹਿੰਦੂ ਜਿਹੜੀਆਂ ਮਨੌਤਾਂ ਨੇ ਜੀ ਉਹਨਾਂ ਦਾ ਮਤਲਬ ਸੱਚਾ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਸੱਚਾਈ ਸਾਹਮਣੇ ਆ ਜਾਂਦੀ ਹੈ ਨਿਖੜ ਕੇ ਕਿ ਕਿੱਦਾਂ ਇਹ ਗਲਤ ਤਰੀਕੇ ਨਾਲ ਭਰਮ ਪਾਇਆ ਹੋਇਆ ਵੀ ਮਤਲਬ ਵੀ ਜਿਹੜੀ ਮਨੌਤ ਬਣਾਈ ਹੋਈ ਆ ਜੀ, ਵੀ ਜੇ ਤੁਸੀਂ ਉਹਦੇ ਉੱਤੇ ਤਰਕ ਲਾਉਂਦੇ ਆ ਤੇ ਉਹਦਾ ਨਤੀਜਾ ਹਾਸੋਹੀਣਾ ਨਿਕਲਦਾ ਹੈ। ਤੇ ਉਹੀ ਚੀਜ਼ ਜਿਹੜੀ ਆ ਵੀ ਜਦੋਂ ਆਪਾਂ ਇੱਥੇ ਵੇਖਦੇ ਆ ਵੀ ਜਦੋਂ ਕਹਿੰਦੇ ਆ ਵੀ ਉਸ ਹਸਤੀ ਦਾ ਨਾਮ ਅਕਾਲ ਪੁਰਖ ਹੈ, ਬਿਲਕੁਲ ਬਿਲਕੁਲ ਉਹਨੂੰ ਅਸੀਂ ਅਕਾਲ ਪੁਰਖ ਵਜੋਂ ਯਾਦ ਕਰਦੇ ਹਾਂ। ਅਕਾਲ ਪੁਰਖ ਦਾ ਮਤਲਬ ਇਹ ਆ ਵੀ ਉਹ ਸਮੇਂ ਤੋਂ ਪਰੇ ਆ, ਨਾ ਉਹ ਜੰਮਦਾ ਨਾ ਮਰਦਾ, ਜੋ ਅੱਗੇ ਫਿਰ ਉਹਦੇ ਵਿੱਚ ਮੂਲ ਮੰਤਰ ਦੇ ਵਿੱਚ ਆ ਜਾਂਦਾ ਜੀ ਜੀ। ਤੇ ਉਹ ਜਿਹੜਾ ਕਹਿ ਲਓ ਵੀ ਉਹ ਟਰਮ ਆ ਅਕਾਲ ਪੁਰਖ, ਉਹ ਉਸ ਚੀਜ਼ ਨੂੰ ਦਰਸਾਉਂਦੀ ਆ। ਪਰ ਆਪਾਂ ਨੂੰ ਇਹ ਨਹੀਂ ਲੈਣਾ ਚਾਹੀਦਾ ਵੀ ਉਹਦਾ ਨਾਮ ਇਹ ਹੈ, ਬਿਲਕੁਲ, ਕਿਉਂਕਿ ਇਹ ਜਿਹੜੀ ਸਟੇਟਮੈਂਟ ਆ ਇਹ ਉਹਨਾਂ ਵਿੱਚ ਆ ਯਹੂਦੀਆਂ ਦੇ ਵਿੱਚ ਵੀ ਹੈਗੀ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਜਿਹੜੇ ਰੱਬ ਨਾਲ ਸਾਡਾ ਹੋਇਆ ਆ ਐਗਰੀਮੈਂਟ, ਬਿਲਕੁਲ, ਵੀ ਕੋਵਨੈਂਟ ਕਹਿੰਦੇ ਉਹਨੂੰ, ਵੀ ਉਹਦਾ ਨਾਂ ਯਾਹਵੇ ਆ, ਤੇ YAHWEH ਜੀ।
ਤੇ ਉਹ ਮਤਲਬ ਵੀ ਉਸ ਚੀਜ਼ ਨੂੰ ਕਹਿੰਦੇ ਆ ਵੀ ਇਹ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਨਾਮ ਉਹਦਾ ਲੈਂਦੇ ਆ ਤੇ ਉਹ ਕੋਈ ਹੋਰ ਰੱਬ ਆ। ਬਿਲਕੁਲ। ਤੇ ਇਦਾਂ ਹੀ ਜਿਹੜੇ ਦੂਸਰੇ ਹੈਗੇ ਆ ਈਸਾਈ, ਉਹ ਕਹਿੰਦੇ ਨੇ ਵੀ ਗੋਡ ਜਿਹੜਾ ਆ ਉਹ ਉਹਨਾਂ ਦਾ ਰੱਬ ਆ। ਇੱਦਾਂ ਮੁਸਲਮਾਨ ਜਿਹੜੇ ਉਹ ਕਹਿੰਦੇ ਵੀ ਅੱਲਾ ਉਹ ਰੱਬ ਦਾ ਨਾਂ ਆ। ਬਿਲਕੁਲ। ਵੀ ਜੇ ਤੁਸੀਂ ਹੋਰ ਕੋਈ ਨਾਮ ਲੈਂਦੇ ਆ ਤੇ ਉਹ ਨਹੀਂ ਐਕਸੈਪਟੇਬਲ ਨਹੀਂ ਆ। ਸੋ ਉਹ ਇਹਨੂੰ ਇੱਦਾਂ ਲੈਂਦੇ ਆ ਵੀ ਇਸ ਸੰਦਰਭ ਦੇ ਵਿੱਚ ਭਈ ਜੇ ਫਲਾਨੇ ਦਾ ਨਾਮ ਭਈ ਕਹਿ ਲਓ ਰਾਮ ਆ, ਉਹਨੂੰ ਜੇ ਤੁਸੀਂ ਸ਼ਾਮ ਕਹਿੰਦੇ ਆ ਤੇ ਉਹ ਗਲਤ ਆ। ਸੋ ਉਹ ਉਹਨਾਂ ਦੀ ਮਤਲਬ ਤਰਕ ਆ। ਸਾਡਾ ਜਿਹੜਾ ਤਰਕ ਆ ਵੀ ਜਾਂ ਗੁਰਬਾਣੀ ਦਾ ਜਿਹੜਾ ਗੁਰੂ ਪਾਤਸ਼ਾਹ ਨੇ ਦਿੱਤਾ, ਉਹ ਕਹਿੰਦੇ ਵੀ ਬੰਦੇ ਨੇ ਨਾਮ ਰੱਖੇ ਆ। ਜੀ ਬਿਲਕੁਲ। ਦਿਮਾਗ 'ਚ ਇਹ ਰੱਖੋ ਵੀ ਉਹ ਹਸਤੀ ਆ ਵੀ ਜਿਹਦੇ ਬਰਾਬਰ ਕੋਈ ਨਹੀਂ, ਜਿਹਦੇ ਉੱਪਰ ਕੋਈ ਨਹੀਂ। ਜੀ ਬਿਲਕੁਲ। ਉਸ ਹਸਤੀ ਨੂੰ ਤੁਸੀਂ ਕਿਸ ਨਾਮ ਨਾਲ ਯਾਦ ਕਰਦੇ ਆ, ਕਿਸ ਨਾਮ ਨਾਲ ਧਿਆਉਂਦੇ ਆ, ਬਿਲਕੁਲ ਉਹ ਮੈਟਰ ਨਹੀਂ ਕਰਦਾ। ਬਿਲਕੁਲ। ਕਿਉਂਕਿ ਤੁਸੀਂ ਨਾਮ ਦਿੱਤਾ। ਬਿਲਕੁਲ। ਪਰ ਉਹਦੇ ਲਈ ਉਹ ਇੰਨੀ ਕੁ ਜਿਹੜੀ ਆ ਵੀ ਸਲਾਹ ਉਹ ਜ਼ਰੂਰ ਦੇ ਦਿੰਦੇ ਆ ਗੁਰੂ ਪਾਤਸ਼ਾਹ ਵੀ ਨਾਮ ਉਹ ਲਿਓ ਜਿਹੜਾ ਤੁਹਾਨੂੰ ਇੱਕ ਪੋਜ਼ਿਟਿਵ ਮੈਸੇਜ ਜਿਹੜਾ ਆ ਦਿਮਾਗ ਨੂੰ, ਦਿਲ ਨੂੰ ਵੀ ਉਹ ਦਵੇ। ਬਿਲਕੁਲ। ਹੁਣ ਉਹ ਚੀਜ਼ ਜਿਹੜੀ ਆ ਵੀ ਜਦੋਂ ਆਪਾਂ ਰੱਖਦੇ ਹਾਂ ਦਿਮਾਗ ਦੇ ਵਿੱਚ, ਫਿਰ ਬਾਣੀ ਦੇ ਵਿੱਚ ਉਹਦੇ ਲਈ ਜਿਹੜੇ ਵਾਹਿਗੁਰੂ ਲਈ ਨਾਮ ਵਰਤੇ ਜਾਂਦੇ ਆ ਵੀ ਵਾਹਿਗੁਰੂ ਵੀ ਆਉਂਦਾ ਆ, ਵੀ 2 ਜਗ੍ਹਾ ਦੇ ਉੱਤੇ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਫਿਰ ਅਕਾਲ ਪੁਰਖ ਜਿਹੜਾ ਆ ਵੀ ਉਹਦੇ 'ਚ ਅਕਾਲ ਮੂਰਤ ਆ ਜਾਂਦਾ ਆ, ਕਰਤਾ ਪੁਰਖ ਆ ਜਾਂਦਾ ਆ, ਫਿਰ ਰਾਮ ਰਹੀਮ ਅੱਲਾ ਵੀ ਆਉਂਦਾ ਆ, ਫਿਰ ਦੂਸਰਾ ਆਪਣਾ ਖੁਦਾ ਆਉਂਦਾ ਆ। ਬਿਲਕੁਲ। ਇਹ ਸਾਰੇ ਨਾਮ ਆਉਂਦੇ। ਇਹਨਾਂ ਸਾਰੇ ਨਾਮਾਂ ਨੂੰ ਵੀ ਜਦੋਂ ਤੁਸੀਂ ਪੜਚੋਲਦੇ ਆ, ਇਹਨਾਂ ਦੇ ਅਰਥ ਕੱਢਦੇ ਆ ਤੇ ਅਰਥ ਬੜੇ ਵਧੀਆ ਨਿਕਲਦੇ ਆ। ਬਿਲਕੁਲ। ਹੁਣ ਰਹੀਮ ਜਿਹੜਾ ਆ ਉਹਦਾ ਮਤਲਬ ਹੁੰਦਾ ਪਈ ਇੱਕ ਤਰ੍ਹਾਂ ਨਾਲ ਕਹਿ ਲਓ ਪਈ ਕਾਈਂਡਨੈਸ ਪਰਸੋਨੀਫਾਈਡ, ਯਾਨੀ ਕਿ ਰਹਿਮਤ ਜਿਹੜੀ ਆ, ਬਖਸ਼ਿਸ਼ ਜਿਹੜੀ ਆ, ਜਾਂ ਕਹਿ ਲਓ ਵੀ ਦਿਆਲਤਾ ਪਈ ਉਹ ਕਹਿ ਲਓ ਮੁਜੱਸਮਾ ਆ ਦਿਆਲਤਾ ਦਾ। ਰਾਮ ਜਿਹੜਾ ਆ ਵੀ ਉਹ ਹੈਗਾ ਵੀ ਰਮਿਆ ਹੋਇਆ ਵੀ ਜਿੱਦਾਂ ਹਰੇਕ ਥਾਂ ਦੇ ਉੱਤੇ ਮੌਜੂਦ। ਜੀ ਬਿਲਕੁਲ। ਸੋ ਉਹ ਜਿਹੜਾ ਆ ਵੀ ਉਹ ਤੁਹਾਨੂੰ ਯਾਦ ਕਰਾਉਂਦਾ ਵੀ ਇਹ ਵਾਹਿਗੁਰੂ ਜਿਹੜਾ ਹਰੇਕ ਥਾਂ ਤੇ ਮੌਜੂਦ ਆ, ਹਰੇਕ ਥਾਂ ਰਮਿਆ ਹੋਇਆ। ਸੋ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਆ ਵੀ ਹਰੇਕ ਚੀਜ਼ ਦਾ ਜਿਹੜਾ ਮੀਨਿੰਗ ਆ, ਜੇ ਤੁਸੀਂ ਉਹ ਮੀਨਿੰਗ ਨਹੀਂ ਸਮਝ ਰਹੇ ਫਿਰ ਜਿਹੜਾ ਆ ਵੀ ਉਹ ਉੱਦਾਂ ਹੀ ਆ ਵੀ ਤੋਤਾ ਰਟਣ ਤੇ ਹੋਰ ਸਾਰਾ ਕੁਝ ਜਿਹੜਾ ਹੈਗਾ ਆ ਵੀ ਉਹ ਤੁਸੀਂ ਕਰ ਰਹੇ ਆ। ਸੋ ਉਹ ਜਿਹੜੇ ਹੈਗੀ ਨਾ ਸ਼ਬਦਾਵਲੀ ਜਿਹੜੀ ਆ, ਤੇ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਪਈ ਸੈਂਟੈਂਸ ਸਟਰਕਚਰ ਆ ਜੀ, ਉਹ ਬਹੁਤ ਮੈਟਰ ਕਰਦਾ ਵੀ ਜਿਹਨੂੰ ਅਸੀਂ ਇੱਦਾਂ ਲੱਗਦਾ ਵੀ ਅਸੀਂ ਸਾਡੀ ਜਨਰੇਸ਼ਨ ਜਿਹੜੀ ਆ ਜਾਂ ਸਾਡੇ ਤੋਂ ਪਿਛਲੀ ਇੱਕ ਜਨਰੇਸ਼ਨ ਜਿਹੜੀ ਆ ਜੀ ਵੀ ਉਹਦੇ ਵਿੱਚ ਅਣਗੌਲਿਆਂ ਕਰਤਾ ਗਿਆ। ਵੀ ਇੱਥੇ ਇਹ ਵੀ ਮੇਰੇ ਦਿਮਾਗ 'ਚ ਆਈ ਗੱਲ ਵੀ ਮੈਂ ਉਹ ਦੇਖ ਰਿਹਾ ਸੀ ਵੀ ਜਿਹੜੀ ਲੇਟੈਸਟ ਰਿਸਰਚ ਆ ਨਾ ਜੀ ਲਿੰਗੁਇਸਟਿਕਸ ਦੇ ਉੱਤੇ, ਵੀ ਭਾਸ਼ਾ ਜਿਹੜੀ ਆ ਵੀ ਉਹਦਾ ਵਿਕਾਸ ਕਿੱਦਾਂ ਹੁੰਦਾ, ਤੇ ਇੱਕ ਇਹ ਵੀ ਉਹ ਭਾਸ਼ਾ ਦਾ ਜਿਹੜਾ ਵਿਕਾਸ ਆ ਉਹ ਬੰਦੇ ਦਾ ਜਿਹੜਾ ਦਿਮਾਗੀ ਵਿਕਾਸ ਆ ਉਹਦੇ ਉੱਤੇ ਕਿੱਦਾਂ ਅਸਰ ਪਾਉਂਦਾ। ਹੁਣ ਉਹਦੇ ਵਿੱਚ ਜਿਹੜੀ ਹੁਣੇ ਰਿਸਰਚ ਹੋਈ ਆ, ਜਿਹੜੇ ਹੈਗੇ ਨਾ ਆਪਣੇ ਲਾਗੇ ਜਾਂ ਨਿਊਜ਼ੀਲੈਂਡ ਦੇ ਪਾਪੂਆ ਨਿਊ ਗਿਨੀ ਕਰਕੇ ਆ ਮੁਲਕ, ਤੇ ਉਹ ਕਈ ਆਈਲੈਂਡ ਨੇ ਜੀ, ਉੱਥੇ ਦੀ ਉਹ ਉਦਾਹਰਨ ਦਿੰਦੇ ਨੇ ਵੀ ਪਾਪੂਆ ਨਿਊ ਗਿਨੀ ਦੀ ਜਿਹੜੀ ਲੈਂਗੁਏਜ ਆ ਨਾ ਉਹਦੇ ਵਿੱਚ ਖੱਬੇ ਸੱਜੇ ਉੱਪਰ ਥੱਲੇ ਦਾ ਜਿਹੜਾ ਆ ਵੀ ਉਹ ਆਪਣਾ ਖੱਬੇ ਸੱਜੇ ਤੇ ਜਿਹੜਾ ਡਾਇਰੈਕਸ਼ਨਾਂ ਨੇ ਜੀ ਉਹਨਾਂ ਲਈ ਸ਼ਬਦ ਹੈ ਨਹੀਂ ਗੇ। ਓਕੇ। ਸੋ ਉਹ ਸ਼ਬਦ ਜਿਹੜੇ ਨੇ ਉਹ ਇਹ ਨੇ ਵੀ ਪੂਰਬ ਪੱਛਮ ਉੱਤਰ ਦੱਖਣ ਦੇ ਜਿਹੜੇ ਮਤਲਬ ਡਾਇਰੈਕਸ਼ਨਸ ਨੇ ਨਾ, ਉਹਨਾਂ ਦੇ ਬਰਾਬਰ ਜਿਹੜੇ ਸ਼ਬਦ ਆ ਉਹਨਾਂ ਦੀ ਰਜਵਾਨ 'ਚ ਹੈਗੇ ਨੇ। ਠੀਕ ਹੈ ਜੀ। ਸੋ ਜੇ ਉਹ ਕਹਿੰਦੇ ਆ ਨਾ ਵੀ ਜੇ ਉਹਨਾਂ ਨੇ ਇਹ ਦੱਸਣਾ ਆ ਵੀ ਅੱਛਾ ਵੀ ਇੱਧਰ ਨੂੰ ਵੀ ਫਲਾਨੀ ਜਗ੍ਹਾ ਤੇ ਜਾਣਾ, ਉਹਨਾਂ ਨੇ ਇਹ ਨਹੀਂ ਕਹਿਣਾ ਵੀ ਉੱਥੋਂ ਖੱਬੇ ਮੁੜ ਜੀ ਜਾਂ ਉੱਥੋਂ ਸੱਜੇ ਮੁੜ ਜੀ, ਉਹ ਤੋਂ ਬਾਅਦ ਫਿਰ ਆਹ ਮੋੜ ਲੈ ਲਈ, ਫਿਰ ਆਹ ਮੋੜ ਲੈ ਲਈ। ਉਹ ਤੁਹਾਨੂੰ ਡਾਇਰੈਕਸ਼ਨ ਦੱਸਦੇ ਆ ਵੀ ਜਿੱਦਾਂ ਗੋ ਪੂਰਬ ਵੱਲ ਨੂੰ ਜਾਈ, ਪੂਰਬ ਤੋਂ ਫਿਰ ਪੂਰਬ ਦੱਖਣ ਨੂੰ ਮੁੜ ਜੀ, ਪੂਰਬ ਦੱਖਣ ਤੋਂ ਫਿਰ ਇੱਧਰ ਪੱਛਮ ਮੁੜ ਜੀ। ਹੁਣ ਉਹ ਕਹਿੰਦੀ ਵੀ ਮਤਲਬ ਵੀ ਜਿਹੜੀ ਰਿਸਰਚਰ ਆ ਸਾਇੰਟਿਸਟ ਜੀ, ਉਹ ਕਹਿੰਦੀ ਵੀ ਇਹ ਭਈ ਆਪਾਂ ਜਾਣਦੇ ਹਾਂ ਭਈ ਸਾਡੇ ਵਿੱਚ ਉਹ ਬੰਦੇ ਹੈਗੇ ਵੀ ਜਿਨ੍ਹਾਂ ਨੂੰ ਡਾਇਰੈਕਸ਼ਨ ਜੇ ਤੁਸੀਂ ਇੱਦਾਂ ਦੱਸੋ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਲੱਗਣਾ ਜੀ। ਬਿਲਕੁਲ। ਕਿਉਂਕਿ ਉਹਨਾਂ ਨੂੰ ਇਹ ਕਲੀਅਰ ਹੀ ਹੈ ਨਹੀਂ ਗਾ ਭਈ ਪੂਰਬ ਕਿਹੜੇ ਪਾਸੇ ਆ, ਪੱਛਮ ਕਿਹੜੇ ਪਾਸੇ ਆ, ਉੱਤਰ ਕਿਹੜੇ ਪਾਸੇ, ਦੱਖਣ ਕਿਹੜੇ ਪਾਸੇ, ਫਿਰ ਉੱਤਰ ਦੱਖਣ ਮਿਕਸ ਕਿਹੜਾ ਆ, ਡਾਇਰੈਕਸ਼ਨ ਕਿਹੜੀ ਬਣਦੀ ਆ। ਪਰ ਕਹਿੰਦੇ ਵੀ ਉਹਨਾਂ ਦੇ ਜਿਹੜੇ ਨਿਆਣੇ ਵੀ ਆ ਛੋਟੇ, ਉਹ ਵੀ ਇੱਦਾਂ ਹੀ ਗੱਲ ਕਰਦੇ ਆ, ਔਰ ਉਹਨਾਂ ਦਾ ਜਿਹੜਾ ਮਾਈਂਡ ਆ ਨਾ ਜੇ ਹਿਸਾਬ ਨਾਲ ਉਹ ਕੰਮ ਕਰਨ ਲੱਗ ਪੈਂਦਾ, ਡਿਵੈਲਪ ਉਸ ਹਿਸਾਬ ਨਾਲ ਹੋ ਜਾਂਦਾ, ਉਹ ਦੁਨੀਆ ਨੂੰ ਹੀ ਉਸ ਹਿਸਾਬ ਨਾਲ ਦੇਖ ਰਹੇ। ਉਹ ਚੀਜ਼ ਜਿਹੜੀ ਆ ਉਹ ਬਹੁਤ ਮਹੱਤਵ ਰੱਖਦੀ ਆ। ਤੇ ਹੁਣ ਉਹਦੇ ਵਿੱਚ ਜਦੋਂ ਆਪਾਂ ਇਹ ਵੇਖਦੇ ਆ ਨਾ
ਭਈ ਜਿਹੜੇ ਸਾਡੇ ਬਜ਼ੁਰਗ ਸੀਗੇ ਜੀ, ਜੇ ਆਪਾਂ 2-3 ਜਨਰੇਸ਼ਨਾਂ ਪਿੱਛੇ ਚੱਲ ਜਾਈਏ ਭਈ ਜਦੋਂ ਆਪਾਂ ਕਹਿੰਦੇ ਆ ਵੀ ਭਾਵੇਂ ਸਾਡੀਆਂ ਦਾਦੀਆਂ ਨਾਨੀਆਂ ਤੇ ਪੜਦਾਦੀਆਂ ਪੜਨਾਨੀਆਂ ਜਿਹੜੀਆਂ ਵੀ ਉਹ ਪੜ੍ਹੀਆਂ ਲਿਖੀਆਂ ਨਹੀਂ ਸੀ ਜੀ, ਜਿਹੜੀ ਅੱਜ ਆਪਾਂ ਪੜ੍ਹਿਆ ਲਿਖਿਆ ਜਿਹਨੂੰ ਕਹਿੰਦੇ ਆ ਭਈ ਉਹ ਉਹਨਾਂ ਕੋਲੇ ਕਾਲਜੀ ਸਕੂਲੀ ਪੜ੍ਹਾਈ ਹੈ ਨਹੀਂ ਪਰ ਉਹਨਾਂ ਦੇ ਕੋਲੇ ਭਈ ਉਹ ਵਿਜ਼ਡਮ ਜਿਹੜਾ ਆ ਵੀ ਉਹ ਬਹੁਤ ਸੀ ਜੀ, ਬਿਲਕੁਲ। ਅੱਜ ਦੇ ਜਿਹੜੇ ਕਾਲਜਾਂ ਦੀਆਂ ਡਿਗਰੀਆਂ ਕਰੀ ਬੈਠੇ ਆ ਵੀ ਉਹਨਾਂ ਨਾਲੋਂ ਵੀ ਜ਼ਿਆਦਾ ਹੁੰਦਾ ਸੀ। ਹੁਣ ਉਹਦੇ ਵਿੱਚ ਜਿਹੜੀ ਚੀਜ਼ ਮੈਟਰ ਕਰਦੀ ਆ ਉਹ ਇਹ ਆ ਭਈ ਸਾਡੀ ਲੈਂਗੁਏਜ ਬਦਲ ਦਿੱਤੀ ਗਈ ਬਿਲਕੁਲ। ਉਹ ਜਿਹੜੀਆਂ ਸਾਡੀਆਂ ਪੜਦਾਨੀਆਂ ਪੜਦਾਦੀਆਂ ਸੀਗੀਆਂ ਉਹ ਗੁਰਬਾਣੀ ਦੀ ਜਿਹੜੀ ਵਿਆਕਰਣ ਆ ਤੇ ਗੁਰਬਾਣੀ ਜੇ ਹਿਸਾਬ ਦੇ ਨਾਲ ਲਿਖੀ ਪੜ੍ਹੀ ਜਾਂਦੀ ਉਹ ਉਹਨਾਂ ਨੂੰ ਆਉਂਦੀ ਸੀ ਕਿਉਂਕਿ ਉਹ ਪੰਜ ਗ੍ਰੰਥੀ ਤੇ ਹੋਰ ਜਿਹੜੀ ਮੁੱਢਲੀ ਪੜ੍ਹਾਈ ਹੁੰਦੀ ਸੀ ਉਹਨਾਂ ਦੀ ਉਸ ਚੀਜ਼ ਦੀ ਹੁੰਦੀ ਸੀ ਬਿਲਕੁਲ ਤੇ ਉਹ ਸਾਡੀ ਜਿਹੜੀ ਸੋਚ ਆ ਉਹਨੂੰ ਡਿਵੈਲਪ ਕਰਦੀ। ਹੁਣ ਜਦੋਂ ਆਪਾਂ ਇਸ ਚੀਜ਼ ਨੂੰ ਲੈਂਦੇ ਆ ਤੇ ਫੇਰ ਜਿਹੜਾ ਸਾਡਾ ਹੈਗਾ ਨਾ ਨੁਕਸਾਨ ਹੋਇਆ ਜੀ ਪਿਛਲੇ 100 ਸਾਲਾਂ ਦੇ ਵਿੱਚ ਉਹਦੀ ਸਾਨੂੰ ਹੌਲੀ ਹੌਲੀ ਰੀਅਲਾਈਜੇਸ਼ਨ ਹੋਣ ਲੱਗਦੀ ਆ ਵੀ ਉਹਦਾ ਸਾਨੂੰ ਅੰਦਾਜ਼ਾ ਜਿਹਾ ਹੋਣ ਲੱਗਦਾ ਵੀ ਕੀ ਨੁਕਸਾਨ ਸਾਡਾ ਹੋ ਚੁੱਕਿਆ ਹੈ। ਬਿਲਕੁਲ ਭਈ ਜਿਹੜੀ ਲੈਂਗੁਏਜ ਆ ਜਿਹੜੀ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤੀ ਸੀ ਜੀ ਉਹ ਸਾਡਾ ਦਿਮਾਗ ਜਿਹੜਾ ਆ ਉਹ ਘੜ ਰਹੀ ਸੀ ਵਿਕਾਸ ਕਰ ਰਹੀ ਸੀ। ਬਿਲਕੁਲ ਅਸੀਂ ਉਹ ਲੈਂਗੁਏਜ ਹੀ ਭੁਲਾ ਬੈਠੇ ਹਾਂ ਕਿਉਂਕਿ ਵਿਆਕਰਣ ਵੀ ਉਹਨਾਂ ਨੇ ਸਾਡੀ ਬਦਲ ਦਿੱਤੀ। ਸ਼ਰਧਾ ਰਾਮ ਫਲੋਰੀ ਹੈਗਾ ਜਿਹੜਾ ਕੱਟੜ ਆਰਿਆ ਸਮਾਜੀ ਸੀ ਉਹਨੇ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਜਿਹੜੇ ਅੰਗਰੇਜ਼ਾਂ ਨੇ ਇੱਥੇ ਸਕੂਲ ਕਾਲਜ ਖੋਲ੍ਹੇ ਜੀ ਉਹਦੇ ਵਿੱਚ ਪੰਜਾਬੀ ਦੀ ਵਿਆਕਰਣ ਜਿਹੜੀ ਉਹਨਾਂ ਨੇ ਪੜ੍ਹਾਉਣੀ ਸ਼ੁਰੂ ਕੀਤੀ ਉਹ ਟੈਕਸਟ ਬੁੱਕ ਜਿਹੜੀ ਆ ਉਹ ਸ਼ਰਧਾ ਰਾਮ ਫਲੋਰੀ ਦੀ ਲਿਖੀ ਸੀ ਜੀ ਔਰ ਉਹਨੇ ਹਿੰਦੀ ਵਾਲੀ ਜਿਹੜੀ ਵਿਆਕਰਣ ਸੀਗੀ ਉਹੀ ਚੱਕ ਕੇ ਪੰਜਾਬੀ ਦੇ ਉੱਤੇ ਲਾਤੀ ਜੀ ਜਿਹਦੇ ਨਾਲ ਅੱਜ ਵਾਲੀ ਜਿਹੜੀ ਸਾਡੀ ਵਿਆਕਰਣ ਆ ਤੇ ਜਿਹੜਾ ਭਾਸ਼ਾ ਦਾ ਫਰਕ ਪੈ ਗਿਆ ਭਈ ਅੱਜ ਜਿਹੜੀ ਪੰਜਾਬੀ ਬੋਲੀ ਜਾ ਰਹੀ ਆ ਤੇ ਜੋ ਗੁਰਬਾਣੀ ਵਾਲੀ ਪੰਜਾਬੀ ਸੀਗੀ ਉਹਦੇ ਵਿੱਚ ਇੰਨਾ ਫਰਕ ਜਿਹੜਾ ਪਿਆ ਉਹਦਾ ਕਾਰਨ ਆਹ ਆ ਬਿਲਕੁਲ ਔਰ ਉਹਦੇ ਨਾਲ ਜਿਹੜੀ ਸਾਡੀ ਕਹਿ ਲਓ ਵੀ ਦਿਮਾਗ ਜਿੱਦਾਂ ਘੜਿਆ ਗਿਆ ਔਰ ਉਹ ਅੱਜ ਕੱਲ੍ਹ ਜੇ ਹਿਸਾਬ ਨਾਲ ਘੜਿਆ ਜਾ ਰਿਹਾ ਉਹਦੇ ਵਿੱਚ ਜੋ ਫਰਕ ਪੈ ਗਿਆ ਹੈ ਬਿਲਕੁਲ ਉਹਦਾ ਮੁੱਢ ਜਿਹੜਾ ਉੱਥੇ ਆ। ਨਹੀਂ ਬਿਲਕੁਲ ਭਾਈ ਸਹੀ ਗੱਲ ਹੈ ਕਿ ਹੌਲੀ ਹੌਲੀ ਉਹ ਫਰਕ ਵੱਧਦਾ ਜਾਣਾ ਹੈ ਵੱਧ ਰਿਹਾ ਜੇ ਆਪਾਂ ਉਸ ਚੀਜ਼ ਦੇ ਉੱਤੇ ਨਾ ਕਾਬੂ ਕੀਤਾ ਨਾ ਮੋੜਾ ਪਾਇਆ ਜਾਂ ਉਹਨੂੰ ਇੰਪਰੂਵ ਨਾ ਕੀਤਾ ਉਹ ਫਰਕ ਵੱਧਦਾ ਜਾਣਾ ਆ ਤੇ ਜਿੱਦਾਂ ਜਿੱਦਾਂ ਫਰਕ ਵਧੂਗਾ ਓਬਵੀਅਸਲੀ ਫਿਰ ਅਸੀਂ ਥੱਲੇ ਨੂੰ ਜਾਵਾਂਗੇ ਨਿਮਾਣ ਵੱਲ ਨੂੰ ਜਾਵਾਂਗੇ ਉੱਪਰ ਨੂੰ ਨਹੀਂ ਜਾਵਾਂਗੇ। ਵਿਕਾਸ ਕਿੱਦਾਂ ਹੋਊਗਾ ਜੇ ਸਾਡੀ ਭਾਸ਼ਾ ਹੀ ਹੁਣ ਤਦੀ ਕਈਆਂ ਨੂੰ ਮੌਕਾ ਮਿਲ ਜਾਂਦਾ ਨਾ ਪੰਜਾਬੀ ਨੂੰ ਭਾਈ ਮਾੜਾ ਕਹਿਣ ਨੂੰ ਕਿ ਪੰਜਾਬੀ 'ਚ ਕਹਿੰਦੇ ਜੀ ਸ਼ਬਦ ਹੀ ਨਹੀਂ ਹੈਗੇ ਪੰਜਾਬੀ 'ਚ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਯਾਨੀ ਕਿ ਨਲਾਇਕੀ ਉਹਨਾਂ ਦੀ ਆਪਣੀ ਹੈ ਤੇ ਜਾਂ ਬਾਕੀ ਕਹਿ ਲਓ ਕਿ ਜਿੱਦਾਂ ਉਹਨਾਂ ਦਾ ਦਿਮਾਗ ਘੜਿਆ ਗਿਆ ਆ ਤੇ ਉਹ ਸਾਰਾ ਕੁਝ ਉਸ ਦੇ ਵਿੱਚੋਂ ਨਿਕਲ ਰਿਹਾ ਆ। ਲੇਕਿਨ ਗੱਲ ਬਿਲਕੁਲ ਠੀਕ ਹੈ ਕਿਉਂਕਿ ਜਿਹੜੀ ਭਾਸ਼ਾ ਆ ਜਿੱਦਾਂ ਜਿੰਨੀ ਕੁ ਰਿਚ ਤੁਹਾਡੀ ਲੈਂਗੁਏਜ ਹੁੰਦੀ ਹੈ ਜਿੰਨੀ ਸਟਰੋਂਗ ਤੁਹਾਡੀ ਲੈਂਗੁਏਜ ਹੁੰਦੀ ਹੈ ਉਨਾ ਹੀ ਤੁਹਾਡਾ ਦਿਮਾਗ ਵਿਕਸਿਤ ਹੁੰਦਾ ਆ ਉਨਾ ਹੀ ਤੁਹਾਡਾ ਮਨੋਬਲ ਵੱਧਦਾ ਆ। ਕਿਉਂਕਿ ਭਾਈ ਜਿੱਦਾਂ ਹੁਣ ਮੰਨ ਲਓ ਹੁਣ ਗੁਰਬਾਣੀ ਜਦੋਂ ਪੜ੍ਹਦੇ ਹਾਂ ਹੁਣ ਉਹ ਜਦੋਂ ਪੜ੍ਹ ਕੇ ਮਤਲਬ ਇੱਦਾਂ ਦੇ ਸ਼ਬਦ ਸਾਨੂੰ ਸਿੱਖਣ ਨੂੰ ਮਿਲਦੇ ਆ। ਹੁਣ ਜਿਹੜਾ ਇੱਕ ਜਦੋਂ ਹੌਂਸਲੇ ਦੀ ਗੱਲ ਕਰਦੇ ਹਾਂ ਹੌਂਸਲਾ ਹੈ ਕੀ ਕਿਸੇ ਨੇ ਦੇਖਿਆ ਥੋੜ੍ਹਾ ਆ ਜਾਂ ਅਸਮਾਨੋਂ ਥੋੜ੍ਹਾ ਡਿੱਗਣਾ ਆ ਧਰਤੀ ਤੋਂ ਥੋੜ੍ਹਾ ਨਿਕਲਣਾ ਹੈ ਉਹ ਸ਼ਬਦਾਂ ਰਾਹੀਂ ਤੁਹਾਨੂੰ ਇੱਕ ਸਟਰੈਂਥ ਮਿਲਣੀ ਹੈ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀਗੀ। ਉਹ ਸਟਰੈਂਥ ਕਰਕੇ ਹੀ ਤਾਂ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜ ਗਏ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਲੜ ਗਏ। ਉਹ ਸਟਰੈਂਥ ਸੀ ਜਿਹੜੀ ਸ਼ਬਦਾਂ ਰਾਹੀਂ ਭਾਸ਼ਾ ਰਾਹੀਂ ਸਾਡੇ ਤੱਕ ਪਹੁੰਚੀ ਸੀ ਜਿਹਨੇ ਸਾਡਾ ਇੰਨਾ ਵਿਜ਼ਡਮ ਸਾਡਾ ਦਿਮਾਗ ਇੰਨਾ ਖੋਲ੍ਹਤਾ ਸੀਗਾ ਕਿ ਅਸੀਂ ਮੌਤ ਤੋਂ ਵੀ ਪਰੇ ਜਾ ਕੇ ਸੋਚਣ ਲੱਗ ਗਏ ਜੀ ਕੀ ਹੈਗਾ ਹੈ। ਤੇ ਉਹ ਚੀਜ਼ਾਂ ਆਪਾਂ ਵਿਸਾਰ ਦਿੱਤੀਆਂ ਅੱਜ ਤਦੀ ਸਾਡੀ ਭਾਜੀ ਕੌਮ ਬੜਾ ਇੱਕ ਕਹਿ ਲਓ ਕਿ ਬੜੇ ਮਾੜੇ ਹਾਲਾਤਾਂ 'ਚੋਂ ਗੁਜ਼ਰ ਰਹੀ ਹੈਗੀ ਆ ਜਿਹਦੇ ਵਿੱਚ ਕੀ ਹੈਗਾ ਹੈ ਕਿ ਇੱਕ ਹੁਣ ਭੇਡ ਬਿਰਤੀ ਵੀ ਬਹੁਤ ਆ ਗਈ ਹੈ ਸਾਡੀ ਕੌਮ ਦੇ ਵਿੱਚ। ਉਹਦਾ ਵੀ ਰੀਜ਼ਨ ਇਹੀ ਹੈ ਕਿ ਭਾਸ਼ਾ ਤੋਂ ਅਸੀਂ ਦੂਰ ਹੋ ਗਏ ਹਾਂ ਇਹੋ ਜਿਹੀ ਜਿਹੜੀ ਹੈ ਨਾ ਜਿਹੜੀ ਗੁਰਬਾਣੀ ਤੋਂ ਦੂਰ ਹੋ ਗਏ ਹਾਂ ਉਸ ਭਾਸ਼ਾ ਤੋਂ ਦੂਰ ਹੋ ਗਏ ਉਹੋ ਜਿਹੇ ਸ਼ਬਦਾਂ ਤੋਂ ਦੂਰ ਹੋ ਗਿਆ ਜਿਨ੍ਹਾਂ ਨੇ ਸਾਨੂੰ ਸਟਰੋਂਗ ਕਰਨਾ ਸੀ ਅੰਦਰੋਂ ਇਨਰ ਸਟਰੋਂਗ ਕਰਨਾ ਸੀਗਾ। ਤੇ ਉਹਦੇ ਵਿੱਚ ਕੀ ਹੈ ਫਿਰ ਜਿਹੜੇ ਇਹੋ ਜਿਹੇ ਠੱਗ ਹੈਗੇ ਹੈ ਢੱਡਰੀਆਂ ਵਾਲੇ ਵਰਗੇ ਜਾਂ ਅਪਗ੍ਰੇਡ ਵਰਗੇ ਜਾਂ ਹੋਰ ਜਿਹੜਾ ਡੇਰਾ ਬਾਬਿਆਂ ਦਾ ਡੇਰਾ ਹੈਗਾ ਡੇਰਾਵਾਦ ਫੈਲਿਆ ਪੰਜਾਬ 'ਚ ਉਹ ਤਦੀ ਉਹ ਹੋਇਆ ਨਾ ਭਾਜੀ ਕਿਉਂਕਿ ਸਾਰਾ ਇੱਕ ਤੁਹਾਡਾ ਦਿਮਾਗ ਦੀ ਖੇਡ ਹੈਗੀ ਹੈ। ਜੇ ਤੁਹਾਡਾ ਦਿਮਾਗ ਸਟਰੋਂਗ ਆ ਹੁਣ ਤੁਹਾਨੂੰ ਕਿਸੇ ਨੇ ਮਾੜਾ ਜਾ ਕੇ ਕਹਿ ਦਿੱਤਾ ਕਿ ਭਾਈ ਤੂੰ ਚੁਰਾਹਾ ਟੱਪ ਕੇ ਆਇਆ ਉੱਥੇ ਹੋਇਆ ਸੀ ਟੂਨਾ ਤੇ ਹੁਣ ਤੇਰੇ ਤੇ ਉਹਦਾ ਅਸਰ ਹੋ ਜਾਣਾ ਹੈ ਤੇ ਤੂੰ ਬਿਮਾਰ ਹੋ ਜਾਣਾ ਆ ਤੇ ਤੈਨੂੰ ਪਤਾ ਨਹੀਂ ਕੀ ਹੋ ਜਾਣਾ ਆ। ਬੰਦੇ ਕੋ ਜੇ ਗਿਆਨ ਹੁੰਦਾ ਗੁਰਬਾਣੀ ਦਾ ਗਿਆਨ ਹੁੰਦਾ ਉਹ ਸ਼ਬਦ ਦਿਮਾਗ 'ਚ ਹੁੰਦੇ ਜਿਹਦੇ ਨਾਲ ਉਹਨੇ ਸਟਰੋਂਗ ਹੋਣਾ ਸੀ। ਉਹਨੇ ਕਹਿਣਾ ਜਾ ਦਫਾ ਹੋ ਇੱਦਾਂ ਦੀ ਅਸੀਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦੇ ਠੀਕ ਹੈ। ਜੇ ਉਹ ਨਹੀਂ ਉਹ ਹੁੰਦਾ ਤੇ ਉਹਨੇ ਉਸ ਚੀਜ਼ ਤੇ ਕਾਬੂ ਕਰ ਲੈਣਾ ਸੀਗਾ ਉਹਨੂੰ ਕਾਊਂਟਰ ਕਰ ਲੈਣਾ ਸੀਗਾ। ਜਦੋਂ ਉਹ ਬਟ ਗਿਆਨ ਨਹੀਂ ਸੀਗਾ ਫਿਰ ਉਹ ਕਹਿੰਦਾ ਅੱਛਾ ਹੁਣ ਮੈਂ ਕੀ ਕਰਾਂਗਾ ਮੇਰੇ ਤੇ ਕੀ ਹੋ ਜਾਊਗਾ ਤੂੰ ਭਾਈ ਇਸ ਡੇਰੇ ਜਾ ਇਹ ਬਾਬੇ ਦੇ ਜਾ ਮੱਥਾ ਟੇਕ ਉਹ ਜੋ ਉਪਾਅ ਦੱਸਦਾ ਉਹ ਕਰ ਫਿਰ ਤੇਰਾ ਬਚਾਅ ਹੋਣਾ ਆ। ਫਿਰ ਬੰਦਾ
ਉਸ ਕਹਿ ਲਓ ਕਿ ਚੱਕਰ ਵਿੱਚ ਫਸ ਜਾਂਦਾ ਆ। ਇਹ ਇੰਨਾ ਨੁਕਸਾਨ ਹੋ ਰਿਹਾ ਆ ਸਾਨੂੰ, ਇਹ ਸਾਰਾ ਕੁਝ ਅਸੀਂ ਮਤਲਬ ਵਿਸਾਰਨ ਦਾ। ਬਿਲਕੁਲ, ਬਹੁਤ ਵਧੀਆ ਉਦਾਹਰਨ ਤੁਸੀਂ ਦਿੱਤੀ ਆ ਵੀ ਜਿਹੜਾ ਤੁਸੀਂ ਇਹ ਕਿਹਾ ਨਾ ਵੀ ਲੈਂਗੁਏਜ ਜਿਹੜੀ ਆ ਉਹ ਜਿਹੜਾ ਦੁঃਸਾਹਸ ਆ, ਕਰੇਜ ਆ ਜੀ, ਹੌਸਲਾ ਆ, ਬਿਲਕੁਲ ਉਹ ਤੁਹਾਨੂੰ ਦਿੰਦੀ ਆ। ਬਿਲਕੁਲ, ਕਿਉਂਕਿ ਉਹ ਤੁਹਾਡੇ ਦਿਮਾਗ ਨੂੰ ਉਸ ਹਿਸਾਬ ਨਾਲ ਘੜਦੀ ਆ। ਬਿਲਕੁਲ। ਤੇ ਜੇ ਤੁਹਾਡੀ ਲੈਂਗੁਏਜ ਜਿਹੜੀ ਆ ਉਹ ਉਦਾਂ ਦੀ ਹੋ ਗਈ ਵੀ ਜਿਹਦੇ ਵਿੱਚੋਂ ਤੁਹਾਨੂੰ ਇਹ ਦਿੱਤਾ ਜਾ ਰਿਹਾ ਆ ਵੀ ਦਿੱਲੀ ਨਾਲ ਤੁਸੀਂ ਮੱਥਾ ਨਹੀਂ ਲਾ ਸਕਦੇ, ਉਹੋ ਜਿਹੀ ਜਿਹੜੀ ਬਕਵਾਸ ਆ ਉਹ ਤੁਸੀਂ ਇਮੇਜਿਨ ਕਰਕੇ ਵੇਖੋ ਵੀ ਉਹ ਤੁਹਾਨੂੰ ਹੌਸਲਾ ਦੇ ਰਹੀ ਆ ਕਿ ਤੁਹਾਡੇ ਹੌਸਲੇ ਪਸਤ ਕਰਨ ਦਾ ਜਿਹੜਾ ਆ ਵੀ ਉਹ ਟੀਚਾ ਮਿੱਥੀ ਬੈਠੀ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਸਾਡੇ ਵਿਚਾਰਨੇ ਵਾਲੀਆਂ ਵੀ ਤਾਂ ਕਿ ਵੀ ਜਦੋਂ ਅਸੀਂ ਦੋ ਸੈਂਟੈਂਸ ਜੋੜੀਏ ਜੀ ਤੇ ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਧਿਆਨ ਰੱਖੀਏ ਭਈ ਮੈਸੇਜ ਕੀ ਦੇ ਰਹੇ ਆ। ਬਿਲਕੁਲ ਭਾਈ, ਬਿਲਕੁਲ। ਔਰ ਜਦੋਂ ਅਸੀਂ ਦੋ ਸੈਂਟੈਂਸ ਪੜ੍ਹੀਏ ਉਹਦੇ ਵਿੱਚੋਂ ਵੀ ਇਹ ਧਿਆਨ ਰੱਖੀਏ ਵੀ ਇਹ ਮੈਸੇਜ ਕੀ ਸਾਨੂੰ ਦਿੱਤਾ ਜਾ ਰਿਹਾ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਬਹੁਤ ਮੈਟਰ ਕਰਦਾ ਵੀ ਇਹ ਚੀਜ਼ਾਂ ਜਿਹੜੀਆਂ ਆ ਵੀ ਸਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਭਈ ਮੁੜ ਤੋਂ ਲੱਭਣੀਆਂ ਪੈਣੀਆਂ ਜਿਹੜੀ, ਕਿਉਂਕਿ ਅਸੀਂ ਗਵਾ ਬੈਠੇ ਹਾਂ। ਬਿਲਕੁਲ ਭਾਜੀ। ਪਰ ਸਾਡੇ ਲਈ ਫਾਇਦਾ ਇਹ ਆ ਵੀ ਖਜ਼ਾਨਾ ਜਿਹੜਾ ਗੁਰਬਾਣੀ ਵਾਲਾ ਉਹ ਸਾਡੇ ਕੋਲੇ ਆ, ਸਾਨੂੰ ਸਿਰਫ ਉਹਦੀ ਕੁੰਜੀ ਚਾਹੀਦੀ ਆ ਵੀ ਜਿਹਦੇ ਨਾਲ ਅਸੀਂ ਵੀ ਉਹਨੂੰ ਖੋਲ ਕੇ ਤੇ ਉਹਦੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਰੌਸ਼ਨੀ ਆ ਵੀ ਉਹਦਾ ਆਨੰਦ ਜਿਹੜਾ ਵੀ ਉਹ ਮਾਣ ਸਕੀਏ। ਨਹੀਂ, ਇਹ ਤਾਂ ਭਾਈ ਸਾਡੇ ਲਈ ਕਹਿ ਲਓ ਕਿ ਇੱਕ ਅਸੀਂ ਬੜੇ ਵੱਡੇ ਭਾਗਾਂ ਵਾਲੇ ਕਹਿ ਸਕਦੇ ਹਾਂ ਆਪਾਂ ਆਪਣੇ ਆਪ ਨੂੰ ਕਿ ਗੁਰਬਾਣੀ ਵਰਗਾ ਖਜ਼ਾਨਾ ਸਾਡੇ ਕੋਲ ਲਿਖਤੀ ਰੂਪ 'ਚ ਪਿਆ ਆ। ਬਸ ਲੋੜ ਕੀ ਹੈ ਆਪਣੇ ਆਪ ਨੂੰ ਜਗਾਉਣ ਦੀ, ਆਪਣੇ ਆਪ ਵਿੱਚ ਥੋੜ੍ਹੀ ਹਿੰਮਤ ਲਿਆਉਣ ਦੀ, ਮਿਹਨਤ ਕਰਨ ਦੀ, ਤਾਂ ਕਿ ਉਹ ਅਸੀਂ ਪੜ੍ਹ ਕੇ ਆਪਣੇ ਆਪ ਨੂੰ ਸਟਰੋਂਗ ਕਰੀਏ ਨਾ। ਹੁਣ ਭਾਈ ਜਿਹੜੀ ਆਪਾਂ ਭਾਸ਼ਾ ਦੀ ਵੀ ਗੱਲ ਕਰਦੇ ਹਾਂ, ਹੁਣ ਇੱਥੇ ਵੀ ਤਾਂ ਇਹੀ ਜ਼ੋਰ ਦਿੱਤਾ ਜਾਂਦਾ ਹੈ ਨਾ ਕਿ ਹੁਣ ਉਹਨਾਂ ਨੂੰ ਕਿਹੜੇ ਸ਼ਬਦਾਂ ਰਾਹੀਂ ਤੁਸੀਂ ਗੱਲ ਨੂੰ ਮਤਲਬ ਟੋਕਣਾ ਆ ਜਾਂ ਉਹਨਾਂ ਨੂੰ ਇਹ ਕਹਿਣਾ ਕਿ ਭਾਈ ਇਹ ਕੰਮ ਨਹੀਂ ਕਰਨਾ, ਉਹਦੇ ਲਈ ਵੀ ਬੜੇ ਚੁਣਵੇਂ ਜਿਹੇ ਸ਼ਬਦ ਦੱਸੇ ਜਾਂਦੇ ਕਿ ਜੇ ਤੁਸੀਂ ਉਹਨਾਂ ਨੂੰ ਗਲਤ ਸ਼ਬਦਾਂ ਰਾਹੀਂ ਡਾਇਰੈਕਸ਼ਨ ਦਿੱਤੀ ਤੇ ਉਹਨਾਂ ਦੇ ਦਿਮਾਗ 'ਚ ਨੈਗੇਟਿਵ ਅਸਰ ਪੈ ਜਾਣਾ, ਉਹਨੂੰ ਲੱਗਣਾ ਮੈਂ ਕਦੇ ਕਰ ਹੀ ਨਹੀਂ ਸਕਦਾ। ਤੇ ਬੜੇ ਤਰੀਕੇ ਨਾਲ, ਬੜੇ ਪਿਆਰ ਨਾਲ, ਬੜੇ ਹੌਸਲੇ ਦੇ ਨਾਲ, ਬੜੀ ਹਿੰਮਤ ਦੇ ਨਾਲ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ। ਉਹਦੇ ਵੀ ਬੜੇ ਚੋਣਵੇਂ ਜਿਹੇ ਸ਼ਬਦ ਹੁੰਦੇ ਆ ਸਿਚੁਏਸ਼ਨ ਵਾਈਜ਼, ਮਤਲਬ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਹੈਗਾ ਆ। ਤੇ ਇਸ ਕਰਕੇ ਮਤਲਬ ਇਹ ਸ਼ਬਦਾਂ ਦਾ ਇੰਨਾ ਅਸਰ ਪੈਂਦਾ ਆ ਤੁਹਾਡੇ ਦਿਮਾਗ ਦੇ ਉੱਤੇ, ਖਾਸ ਕਰ ਬੱਚਿਆਂ ਦੇ ਉੱਤੇ। ਤੇ ਉਹੀ ਹੁਣ ਗੱਲ ਉਹੀ ਹੋ ਜਾਂਦੀ ਨਾ ਭਾਈ, ਬੱਚਿਆਂ ਦੇ ਦਿਮਾਗ ਤੇ ਅਸਰ ਤਾਂ ਪੈਂਦਾ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਹੈਗਾ। ਹੁਣ ਉਹ 'ਚ ਉਮਰ ਦਾ ਕੋਈ ਲਿਹਾਜ਼, ਉਮਰ ਦਾ ਕੋਈ ਤਕਾਜ਼ਾ ਨਹੀਂ ਹੈਗਾ। ਹੁਣ ਜਿਹੜਾ 25 ਸਾਲ ਦਾ ਵੀ ਜਵਾਨ ਗੱਭਰੂ ਆ, ਜੇ ਉਹਦਾ ਦਿਮਾਗ ਸਟਰੋਂਗ ਨਹੀਂ ਹੋਇਆ ਸ਼ਬਦਾਂ ਰਾਹੀਂ, ਗਿਆਨ ਰਾਹੀਂ, ਉਹਨੂੰ ਵੀ ਜਿੱਦਾਂ ਹੁਣ ਆਪ ਜੀ ਨੇ ਦੱਸਿਆ ਕਿ ਉਹਨੂੰ ਵੀ ਜੇ ਕਿਸੇ ਨੇ ਕਹਿ ਤਾ ਤੂੰ ਕਿੱਥੇ ਦਿੱਲੀ ਨਾਲ ਮੱਥਾ ਲਾਉਣ ਲੱਗਾ, ਉਹਨੇ ਘਬਰਾ ਜਾਣਾ ਆ, ਉਹਨੇ ਡਰ ਜਾਣਾ ਆ, ਉਹਦੇ 'ਚ ਨੈਗੇਟਿਵਿਟੀ ਭਰੀ ਜਾਣੀ ਹੈਗੀ ਆ। ਉਹਨੇ ਸੋਚਣਾ ਯਾਰ ਨਹੀਂ ਅਸੀਂ ਕਿੱਥੇ ਪੰਗਾ ਲੈ ਸਕਦੇ ਹਾਂ, ਅਸੀਂ ਕਿੱਥੇ ਆਪਣੇ ਹੱਕਾਂ ਲਈ ਲੜ ਸਕਦੇ ਹਾਂ, ਅਸੀਂ ਤਾਂ ਮੁਹੱਤੜ ਜਿਹੇ ਬੰਦੇ ਹੈਗੇ ਆ। ਇਹੀ ਗੁਰੂ ਸਾਹਿਬ ਨੇ ਤਾਂ ਸਾਡੇ 'ਚ ਭਰਿਆ ਸੀਗਾ, ਇਹੀ ਸਾਡੇ 'ਚ ਭਰਿਆ ਸੀਗਾ। ਤੇ ਅੱਜ ਕੁਛ ਗੱਦਾਰ ਕਿਸਮ ਦੇ ਲੋਕ ਉਹ ਸੋਚ, ਉਹ ਇੱਕ ਕਹਿ ਲਓ ਕਿ ਜਿਹੜੇ ਤੱਤ ਗੁਰੂ ਸਾਹਿਬ ਨੇ ਪਾਏ 20 ਸਾਡੇ ਸੋਚ ਸਿੱਟੇ, ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਹੈਗੇ ਆ ਨਾ। ਜੋ ਗੁਰੂ ਸਾਹਿਬ ਨੇ ਸਾਡੇ ਦਿਮਾਗ 'ਚ ਭਰਿਆ ਸੀਗਾ ਉਹਨੂੰ ਹੀ ਫਿਰ ਕਿਸੇ ਹੋਰ ਲਿਖਾਰੀ ਨੇ ਇਹਨਾਂ ਸ਼ਬਦਾਂ ਦੇ ਵਿੱਚ ਲਿਖਿਆ ਸੀ ਨਾ ਵੀ 1.25 ਲੱਖ ਸੇ ਏਕ ਲੜਾਊਂ, ਬਿਲਕੁਲ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਹੁਣ ਉਹ ਜਿਹੜਾ ਮੈਸੇਜ ਆ ਉਹ ਇੱਥੋਂ ਫਿਰ ਕਲੀਅਰ ਹੋ ਜਾਂਦਾ ਨਾ ਹਰੇਕ ਸਿੱਖ ਨੂੰ ਜੀ ਵੀ ਭਾਈ ਵੀ ਹਾਂ ਬਈ ਵੀ ਅਸੀਂ ਤਾਂ 1.25 ਲੱਖ ਨਾਲ ਵੀ ਮੱਥਾ ਲਾਉਣ ਜੋਗੇ ਆ ਇਕੱਲਾ ਇਕੱਲਾ। ਹੁਣ ਜਿਹੜਾ ਸਾਹਸ, ਹੌਸਲਾ, ਕਰੇਜ ਇਹ ਚੀਜ਼ ਭਰਦੀ ਆ ਜੀ, ਉਹ ਫਿਰ ਉਹ ਭਾਵੇਂ ਦਿੱਲੀ ਹੋਵੇ ਭਾਵੇਂ ਜੋ ਮਰਜ਼ੀ ਹੋਵੇ, ਇਹਨੂੰ ਪਰਵਾਹ ਥੋੜੀ ਕਰਦਾ ਕੋਈ ਵੀ ਵੀ ਕਿਹਨਾਂ ਮੱਥਾ ਲਾਉਣ ਲੱਗੇ। ਬਿਲਕੁਲ ਭਾਈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਜਿਹੜੇ ਇਸ ਕਿਸਮ ਦੇ ਗਦਾਰ ਕਿਸਮ ਦੇ ਲੋਕ ਤੇ ਜਿਹੜੇ ਹੈਗੇ ਨਾ ਵੀ ਆਪ ਡਰਾਕਲ ਤੇ ਬੜਕਾਂ ਏਦਾਂ ਮਾਰਦੇ ਆ ਤੇ ਛਿੱਤਰ ਖਾ ਕੇ ਫਿਰ ਬਹਿ ਵੀ ਜਾਂਦੇ ਆ ਤੇ ਫੇਰ ਇਹ ਵੀ ਏਦਾਂ ਗਊ ਦੇ ਜਾਏ ਵੀ ਛੇਤੀ ਬਣ ਜਾਂਦੇ ਆ ਵੀ ਉਹ ਹੁਣ ਦੱਸਣਗੇ ਵੀ ਇਹ ਵੀ ਕਿਹਦੇ ਨਾਲ ਮੱਥਾ ਲਾਉਣ ਜੋਗਾ ਕੋਈ ਹੈਗਾ, ਕਿਹਦੇ ਨਾਲ ਨਹੀਂ ਹੈਗਾ। ਬਿਲਕੁਲ। ਔਰ ਉਹਦੇ ਨਾਲ ਹੀ ਵੀ ਜਿਹੜੀ ਉਦਾਹਰਣ ਹੈਗੀ ਆ ਵੀ ਦੂਜੀ ਤੁਸੀਂ ਉਹ ਵੀ ਲੈ ਸਕਦੇ ਆ ਵੀ ਜਦੋਂ ਵੀ ਹੈ ਤੇ ਕਮੀਨਗੀ ਵਾਲੀਆਂ ਸਟੇਟਮੈਂਟਾਂ ਨੇ, ਬਾਹਲਾ ਇਹਨੂੰ ਵਿਚਾਰਨ ਦੀ ਵੀ ਲੋੜ ਹੈ ਨਹੀਂ ਕਿਉਂਕਿ ਪਤਾ ਆ ਵੀ ਬੰਦਾ ਜਿਹੜਾ ਵੀ ਗਦਾਰ ਬੇਈਮਾਨ ਆ, ਬਿਲਕੁਲ ਜਿਹੜਾ ਬਕਵਾਸ ਕਰਨ ਦੇ ਆ ਫੰਡਰਗਾਂ ਇਹ ਜੀ, ਭਈ ਜੇ ਗੁਰੂ ਪਾਤਸ਼ਾਹ ਦੇ ਉੱਤੇ ਇਹ ਸਵਾਲੀਆ ਚਿੰਨ੍ਹ ਜਿਹੜਾ ਲਾ ਰਿਹਾ ਆ ਜੀ, ਭਈ ਜਦੋਂ ਬਾਬਾ ਬੰਦਾ ਸਿੰਘ ਦੀ ਕਮਾਨ ਦੇ ਥੱਲੇ ਸਰਹੰਦ ਫਤਿਹ ਕੀਤਾ ਆ ਤੇ ਰਾਜ ਕਾਇਮ ਕੀਤਾ ਆ ਜੀ, ਕਿ ਉਸ ਵੇਲੇ ਸਿੰਘਾਂ ਨੇ ਇਹ ਸੋਚਿਆ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਤੇ ਹੋਇਆ ਨਹੀਂ ਤੇ ਸਾਡੇ ਤੋਂ ਕਿੱਥੇ ਹੋਣਾ ਹੈ। ਬਿਲਕੁਲ। ਸੋ ਮਤਲਬ ਇਹ ਭਈ ਗੁਰੂ ਪਾਤਸ਼ਾਹ ਨੇ ਆਪ ਹੀ ਆਪਣੇ ਟੀਚੇ ਜਿਹੜੇ ਆ ਉਹ ਮਿੱਥੇ ਆ। ਬਿਲਕੁਲ। ਕਿਸੇ ਨੂੰ ਕੁਛ ਸਾਬਤ ਕਰਨ ਲਈ ਨਹੀਂ ਕੀਤਾ ਗਿਆ। ਸਹੀ ਗੱਲ ਹੈ। ਕੋਈ ਹਰਾਮਖੋਰ ਜਿਹੜਾ ਆ ਵੀ ਉਹ ਇਹ ਕਹਿ ਦੇਵੇ ਵੀ ਤੂੰ ਇਸ ਕਾਬਲ ਹੈ ਨਹੀਂਗਾ ਤੇ ਮੈਂ ਚੱਕ ਕੇ ਤੇ ਤੁਰ ਪਵਾਂ ਵੀ ਇਹਨੂੰ ਹੁਣ ਮੈਂ ਸਾਬਤ ਕਰਨਾ ਹੈ, ਵੀ ਤੇਰੀ ਔਕਾਤ ਕੀ ਆ। ਬਿਲਕੁਲ। ਤੂੰ ਜੋ ਮਰਜ਼ੀ ਬਕਵਾਸ ਕਰੀ ਚੱਲ।
ਭਈ ਤੂੰ ਕਿਉਂਕਿ ਉਹਨੂੰ ਤਾਂ ਤੁੱਕੜ ਪਿਆ ਆ, ਟੁੱਕੜ ਪਿਆ ਹੋਇਆ ਵੀ ਬਕਵਾਸ ਜੋ ਮਰਜ਼ੀ ਕਰੀ ਚੱਲ। ਵੀ ਜੇ ਭੁਲੇਖੇ ਤੈਨੂੰ ਇਹ ਆ ਭਈ ਲਿਬੜੀ ਮੱਝ ਜਿਹੜੀ ਆ, ਜੇ ਇਹ ਭੁਲੇਖੇ ਪਾਈ ਬੈਠਾ ਆ ਭਈ ਮੈਂ ਇਦਾਂ ਕਹਿ ਦੇਣਾ ਤੇ ਕੌਮ ਜਿਹੜੀ ਆ ਵੀ ਉਹਨੇ ਸਾਬਤ ਕਰਨ ਤੁਰ ਪੈਣਾ ਤੇ ਮੈਨੂੰ ਆ ਫਾਇਦਾ ਹੋ ਜਾਣਾ ਵੀ ਲੈ ਵੀ ਮੈਂ ਇਹਨਾਂ ਨੂੰ ਵੀ ਇਦਾਂ ਮੈਨੀਪੂਲੇਟ ਕਰ ਲਿਆ, ਬਿਲਕੁਲ ਮੈਂ ਇਦਾਂ ਦੇਖ ਲਓ ਭਰਮਾ ਕੇ ਇਹਨਾਂ ਤੋਂ ਆਹ ਕੰਮ ਕਰਾ। ਬਿਲਕੁਲ ਉਹ ਵੀ ਆਪਣੇ ਦਿਮਾਗ ਦੇ ਵਿੱਚ ਹੀ ਤੂੰ ਬੜਾ ਸਿਆਣਾ ਬਣਿਆ ਆ। ਤੇਰੀ ਗਦਾਰੀ ਤੇ ਤੇਰੀ ਜਿਹੜੀ ਬੇਈਮਾਨੀ ਆ ਵੀ ਉਹ ਸਾਰਿਆਂ ਦੇ ਸਾਹਮਣੇ ਹੁਣ ਜਗ ਜਾ ਰਿਹਾ। ਬਿਲਕੁਲ ਇਸ ਕਰਕੇ ਵੀ ਬਕਵਾਸ ਕਰਦਾ ਕਰੀ ਜਾਵੇ, ਉਹ ਪਾਗਲ ਕੁੱਤੇ ਵਾਲੇ ਤੋਂ ਇਲਾਵਾ ਉਹਦੀ ਹੈ ਨਹੀਂ ਕੋਈ ਵੀ ਔਕਾਤ। ਨਹੀਂ ਉਹ ਤਾਂ ਹੈਗੇ, ਉਹ ਜਿੱਦਾਂ ਖਿਆਲੀ ਪੁਲਾਓ ਨਹੀਂ ਹੁੰਦੇ ਭਾਈ ਪਕਾਣੇ ਮਨ ਚ ਦਿਮਾਗ ਦੇ ਵਿੱਚ ਕਿ ਖਿਆਲੀ ਪੁਲਾਓ ਪਕਾ ਉਹ ਕੰਮ ਹੋਇਆ ਪਿਆ ਇਹਦਾ। ਇਹਨੂੰ ਲੱਗਦਾ ਕਿ ਇਦਾਂ ਕਹਿ ਕੂ ਕਿ ਮੈਂ ਤੇ ਇਦਾਂ ਕਰਾ ਲੈਣਾ ਹੈਗਾ, ਇਹਦਾ ਭੁਲੇਖਾ ਹੀ ਹੈ। ਖੈਰ ਨਹੀਂ ਉੱਥੇ ਚਲੋ ਭਾਜੀ ਥੋੜਾ ਜਿਹਾ ਇਹਨੂੰ ਹੋਰ ਆਪਾਂ 2-3 ਮਿੰਟ ਇਹਦੇ ਤੇ ਲਾ ਵੀ ਦਈਏ ਤਾਂ ਹੁਣ ਮਤਲਬ ਹੁਣ ਉੱਥੇ ਕਿੰਨੀਆਂ ਕਮੀਨਗੀਆਂ ਭਰੀਆਂ ਸਟੇਟਮੈਂਟਾਂ ਦੇ ਰਿਹਾ ਆ, ਕਦੇ ਕਿਸੇ ਪਾਸੇ ਹੋ ਜਾਂਦਾ, ਕਦੇ ਕਿਸੇ ਪਾਸੇ ਹੋ ਜਾਂਦਾ ਆ। ਹੁਣ ਇਹਨੂੰ ਭੀੜ ਦਿਖਣ ਲੱਗ ਗਈ ਹੈ। ਹੁਣ ਜਿੰਨਾ ਵੀ ਕਿਸਾਨ ਪੰਜਾਬ ਤੋਂ ਜਾਂ ਬਾਕੀ ਸਟੇਟਾਂ ਤੋਂ ਜਾ ਕੇ ਦਿੱਲੀ ਬੈਠਾ ਆ, ਖੈਰ ਇਹ ਤਾਂ ਪੰਜਾਬ ਨੂੰ ਹੀ ਟਾਰਗੇਟ ਕਰਦਾ, ਸਿੱਖਾਂ ਨੂੰ ਟਾਰਗੇਟ ਕਰਦਾ ਆ। ਤੇ ਹੁਣ ਜਿੰਨਾ ਵੀ ਕਿਸਾਨ ਉੱਥੇ ਜਾ ਕੇ ਬੈਠਾ, ਇਹਨੂੰ ਹੁਣ ਭੀੜ ਨਜ਼ਰ ਆ ਰਹੀ ਹੈ ਕਿ ਭੀੜ ਕੋਲ ਦਿਮਾਗ ਨਹੀਂ ਹੁੰਦਾ, ਭੀੜ ਇੱਦਾਂ ਆਪ ਮੁਹਾਂਦਰੇ ਹੋਈ ਫਿਰਦੀ ਆ, ਭੀੜ ਕੋਲ ਲੀਡਰ ਨਹੀਂ ਹੁੰਦੇ, ਇਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਨਹੀਂ ਫਿਰ ਸਵਾਲ ਇਹ ਬਣਦਾ ਆ ਭਾਈ ਜਦੋਂ ਤੇਰਾ 3.5 ਲੱਖ ਕੇ 4 ਲੱਖ ਜਦੋਂ ਤੇਰਾ ਪਤਾ ਨਹੀਂ ਕਿੰਨਾ ਹੋਇਆ ਸੀਗਾ, ਉਦੋਂ ਤੂੰ ਛਾਲਾ ਮਾਰਦਾ ਫਿਰਦਾ ਸੀਗਾ ਕਿ ਮੇਰੇ ਕੋਲ ਇੰਨਾ ਸਬਸਕ੍ਰਾਈਬਰ ਹੈਗਾ YouTube ਦੇ ਉੱਤੇ, ਤੁਸੀਂ ਮੇਰੇ ਨਾਲ ਹੈ ਨਾ, ਤੇ ਜਿਹੜਾ ਕੋਰਟ 'ਚ ਵੀ ਦੱਸਦਾ ਫਿਰਦਾ ਸੀਗਾ ਸਾਰਿਆਂ ਨੂੰ। ਉਹਨੂੰ ਫਿਰ ਇਸ ਹਿਸਾਬ ਨਾਲ ਲਾਓ ਭਈ ਇਹਨੂੰ ਪਤਾ ਆ ਵੀ ਬੰਦੇ 10 ਹੀ ਆ ਵੀ ਜਿਹਨਾਂ ਨੇ ਅਖੇ ਵੀ ਉਹ 3 ਲੱਖ ਜਿਹੜੇ ਆ ਵੀ ਅਕਾਊਂਟ ਬਣਾ ਕੇ ਇਹਨੂੰ ਸਬਸਕ੍ਰਾਈਬ ਕੀਤਾ। ਆਹੋ ਹੈ ਤਾਂ ਸੱਚਾਈ ਇਹੀ, ਸਾਰਿਆਂ ਨੂੰ ਪਤਾ ਹੈ ਸੱਚਾਈ ਕੀ ਹੈਗੀ ਹੈ ਮਗਰ ਇਹਦੇ। ਲੇਕਿਨ ਗੱਲ ਕਰਦੇ ਆ ਮਤਲਬ ਜੋ ਤੇਰੇ ਕੋਲ ਉਹ ਭੀੜ ਨਹੀਂ ਹੈਗੀ ਹੈ ਨਾ। ਪਹਿਲਾਂ ਚੱਲ ਤੂੰ ਭੀੜ ਨੂੰ ਡਿਫਾਈਨ ਕਰ ਦੇ ਕਿ ਭੀੜ ਤੂੰ ਕਹਿਣਾ ਕਿਹਨੂੰ ਆ। ਨਾ ਉਹ ਜਿਹਨੂੰ ਆਕਾ ਬਣਾਈ ਬੈਠਾ ਆਪਣਾ ਵੀ ਉਹ ਢੱਡਰੀਆਂ ਵਾਲਾ ਕਪੂਰ, ਹਾਂਜੀ ਉਹ ਵੀ ਤੇ ਚਾਕਰੀ ਕਰਦਾ ਹੀ ਆਇਆ ਨਾ ਦਿੱਲੀ ਦੀ। ਬਿਲਕੁਲ ਭਈ ਸਿਧਾਰਥ ਸ਼ੰਕਰ ਰੇ ਦੀ ਸਾਰਿਆਂ ਦੀ ਉਹਨੇ ਜਿਹੜੀਆਂ ਸਟੇਟਮੈਂਟਾਂ ਘੜੀਆਂ ਆ ਜੀ, ਉਹ ਇਹੋ ਜਿਹੇ ਜਿਹੜੇ ਆ ਨਾ ਕਮੀਨੇ ਤੇ ਗਦਾਰ ਕਿਸਮ ਦੇ ਲੋਕ ਉਹਨਾਂ ਦੇ ਪਰਪਸ ਲਈ ਘੜੀਆਂ ਆ। ਸਹੀ ਗੱਲ ਹੈ। ਇਸ ਕਰਕੇ ਵੀ ਉਹ ਸਾਰਾ ਕੁਝ ਜਿਹੜਾ ਹੈਗਾ ਨਾ ਵੀ ਜਦੋਂ ਤੁਸੀਂ ਉਹਨੂੰ ਇੱਕ ਦੂਜੇ ਨਾਲ ਕੜੀ ਜੋੜ ਕੇ ਵੇਖਦੇ ਆ, ਸਹੀ ਗੱਲ ਹੈ, ਤੇ ਇਹ ਵਿਚਾਰੇ ਤੇ ਪਿਆਦੇ ਨੇ, ਬਿਲਕੁਲ ਬੜੇ ਥੱਲੜੇ ਲੈਵਲ ਦੇ ਪਿਆਦੇ ਨੇ ਵੀ ਜਿਨ੍ਹਾਂ ਨੂੰ ਜਦੋਂ ਉਹਨਾਂ ਨੂੰ ਲੱਗਿਆ ਵੀ ਜਿਹੜੇ ਉੱਪਰ ਖਿਡਾਰੀ ਨੇ ਬੈਠੇ ਇਹਨਾਂ ਨੂੰ ਚਲਾਉਣੇ ਵਾਲੇ, ਜਦੋਂ ਉਹਨਾਂ ਨੂੰ ਲੱਗਿਆ ਵੀ ਆਹ ਪਿਆਦੇ ਦੀ ਹੁਣ ਮਰੇ ਦੀ ਬੁੱਕਤ ਜ਼ਿਆਦੀ ਆ ਤੇ ਇਹਨਾਂ 2 ਮਿੰਟ 'ਚ ਝਟਕਾਇਆ ਹੋਣਾ ਇਹਨਾਂ ਨੂੰ ਤੇ ਇੱਥੇ ਚਰਾਹੇ 'ਚ ਟੰਗਿਆ ਹੋਣਾ ਉਹਨਾਂ। ਸਹੀ ਗੱਲ ਹੈ ਜੀ। ਸੋ ਇਸ ਕਰਕੇ ਵੀ ਇਹਨਾਂ ਦੀ ਤੇ ਬਕਵਾਸ ਜਿਹੜੀ ਆ ਤੇ ਹੋਰ ਸਾਰਾ ਵੀ ਉੱਤੇ ਬੜਾ ਧਿਆਨ ਵੀ ਸਾਨੂੰ ਦੇਣੇ ਦੀ ਲੋੜ ਨਹੀਂ। ਹਾਂਜੀ ਬਿਲਕੁਲ ਧਿਆਨ ਦਾ ਉੱਦਾਂ ਜ਼ਰੂਰ ਆ ਭਈ ਬਕਵਾਸ ਜਿਹੜੀ ਆ ਵੀ ਉਹਦਾ ਵੀ ਇੰਨਾ ਕੁ ਜਿਹੜਾ ਆ ਵੀ ਉਹ ਅਸੀਂ ਜਵਾਬ ਦੇ ਦਈਦਾ ਵੀ ਇਹਨਾਂ ਦਾ ਭਈ 2 ਸ਼ਬਦਾਂ ਦੇ ਵਿੱਚ 2 ਟੁੱਕ ਜਵਾਬ ਜਿਹੜਾ ਆ ਉਹੀ ਇਹਨਾਂ ਦੀ ਸਾਰੀ ਜਿਹੜੀ ਆ ਵੀ ਅਸਲੀਅਤ ਉਹਨੂੰ ਜਗ ਜ਼ਾਹਰ ਕਰਨ ਲਈ ਬਹੁਤ ਆ। ਨਹੀਂ ਇਹਨਾਂ ਦੀ ਵਿਦਵਤਾ ਨੰਗੀ ਕਰਨੀ ਤਾਂ ਬਣਦੀ ਹੈ ਭਾਜੀ ਕਿ ਜੇ ਕਿੱਡੇ ਤਗੜੇ ਵਿਦਵਾਨ ਬਣੇ ਫਿਰਦੇ ਆ, ਮੂਹਰਿਓਂ ਕੋਈ 2 ਸਵਾਲ ਕਰਦੇ ਤਾਂ ਫਿਰ ਇਹਨਾਂ ਦੀ ਸਾਰੀ ਵਿਦਵਤਾ ਖਿੱਲਰ ਜਾਂਦੀ ਹੈ। ਫਿਰ ਇੱਕਦਮ ਹੀ ਉਹ ਭਾਟੜਿਆ, ਉਹ ਮੰਗ ਖਾਣਿਆ, ਫਿਰ ਫੋਨ ਕੱਟ ਦਿੰਦੇ ਆ, ਫੋਨ ਲਾਈਨਾਂ ਥੱਲੇ ਨੂੰ ਡਾਊਨ ਕਰ ਦਿੰਦੇ ਹੈਗੇ, ਉਹਦੀ ਆਵਾਜ਼ ਨਹੀਂ ਆਉਣ ਦਿੰਦੇ। ਕਹਿਣ ਦਾ ਭਾਵ ਇਹ ਹੈ ਕਿ ਭਾਜੀ ਹੁਣ ਕੱਲਾ ਮੈਂ ਹੁਣ ਇੱਥੇ ਬਹਿ ਕੇ ਕੱਲਾ ਜੋ ਮਰਜ਼ੀ ਜਬਲੀਆਂ ਮਾਰੀ ਜਾਵਾਂ, ਜਿੱਦਾਂ ਮਰਜ਼ੀ ਬੋਲੀ ਜਾਵਾਂ, ਤੂੰ ਕਿਸੇ ਸਾਹਮਣੇ ਬਹਿ ਕੇ ਗੱਲ ਤਾਂ ਕਰ, ਤੈਨੂੰ ਪਤਾ ਚੱਲੇ ਕਿ ਕਿੰਨਾ ਕੁ ਪਾਣੀ ਹੈਗਾ ਤੇਰੇ ਵਿੱਚ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਉਹ ਜਿਹੜੇ ਆਪਣੇ 2 ਵੀਰ ਨੇ ਅਮਨਦੀਪ ਸਿੰਘ ਤੇ ਸੁਖਦੇਵ ਸਿੰਘ, ਹਾਂਜੀ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ। ਬਿਲਕੁਲ ਜੀ ਬਿਲਕੁਲ। ਉਹ ਇੱਕ ਤਰ੍ਹਾਂ ਨਾਲ ਕਹ ਲਓ ਵੀ ਸਾਡੇ ਬੋਤਾ ਸਿੰਘ ਗਰਜਾ ਸਿੰਘ ਨੇ ਜੀ, ਵੀ ਜਿਹੜੇ ਪਿੱਠ ਨਾਲ ਪਿੱਠ ਜੋੜ ਕੇ ਖੜੇ ਆ ਵੀ ਉਹ ਕਹਿੰਦੇ ਵੀ ਆ ਜਾ ਵੀ ਤੂੰ, ਹਾਂਜੀ ਵੀ ਜਿਹੜੀਆਂ ਆਹ ਖੱਪ ਗਰੇਡਾਂ ਦੀਆਂ ਜਿਹੜੀਆਂ ਫੌਜਾਂ ਤੁਰੀਆਂ ਫਿਰਦੀਆਂ ਨੇ, ਬਿਲਕੁਲ ਵੀ ਉਹ ਜਦੋਂ ਇਦਾਂ ਹੀ ਜ਼ਕਰੀਆ ਖਾਂ ਦੀਆਂ ਫੌਜਾਂ ਤੁਰੀਆਂ ਫਿਰਦੀਆਂ ਸੀ। ਸਹੀ ਗੱਲ ਹੈ। ਵੀ ਉਹ ਅੱਜ ਕੱਲ੍ਹ ਦਾ ਜਿਹੜਾ ਜ਼ਕਰੀਆ ਖਾਂ ਇਹ ਆ ਵੀ ਇਹਦੀਆਂ ਜਿਹੜੀਆਂ ਆਹ ਦੂਸਰੇ ਛਪਾਟੇ ਤੁਰੇ ਫਿਰਦੇ ਨੇ ਤੇ ਉਹਨਾਂ ਨੇ ਉਹ ਛਪਾਟਿਆਂ ਨੂੰ ਤਾਂ ਕੀ ਉਹਨਾਂ ਨੇ ਸਿੱਧਾ ਹੀ ਉਹਨੂੰ ਕਿਹਾ ਆ ਵੀ ਆਖੇ ਆ ਜਿਹੜੀ ਅੱਜ ਕੱਲ੍ਹ ਦੀ ਖਾਨੋ ਭਾਬੀ ਆ ਵੀ ਆ ਜਾ ਵੀ ਤੂੰ ਬਹਿ ਕੇ ਤੇ ਕਰ ਗੱਲ। ਤੇ ਖਾਨੋ ਭਾਬੀ ਜਿਹੜੀ ਆ ਵੀ ਦੌੜੀ ਫਿਰਦੀ ਆ, ਭਾਬੀ ਨੇ ਤਾਂ ਘੁੰਡ ਕੱਢਿਆ ਹੋਇਆ, ਖਾਨੋ ਭਾਬੀ ਨੇ ਤਾਂ ਘੁੰਡ ਕੱਢ ਲਿਆ ਜੀ। ਹਾਂ ਬਿਲਕੁਲ। ਸੋ ਇਸ ਕਰਕੇ ਵੀ ਇਹ ਬੰਦੇ ਜਿਹੜੇ ਆ ਵੀ ਹਰ ਰੋਜ਼ ਆਪਣੀ ਜਿਹੜੀ ਅਸਲੀਅਤ ਤੇ ਔਕਾਤ ਜਿਹੜੀ ਆ ਉਹ ਜਗ ਜ਼ਾਹਰ ਕਰਦੇ ਨੇ। ਜੀ ਪਰ ਇਹ ਜ਼ਰੂਰ ਆ ਇਹਦੇ ਵਿੱਚ ਤਾਂ ਭਾਈ ਇਹਦੇ ਬਾਰੇ ਤਾਂ ਸਾਨੂੰ ਪਤਾ, ਐਡਾ ਨਲਾਇਕ ਬੰਦਾ, ਇਹਨੂੰ ਕਾਨੂੰਨਾਂ ਬਾਰੇ ਪਤਾ ਹੀ ਨਹੀਂ ਹੋਣਾ ਕਿ ਕਾਨੂੰਨ ਹੈਗੇ ਕੀ ਹੈ ਤੇ ਉਹ ਕੰਮ ਕਿੱਦਾਂ ਕਰਦੇ। ਬਿਲਕੁਲ। ਦੂਆ ਹੈਗਾ ਛੋਟਾ ਵੀਰ ਆਪਣਾ ਪਰਮਜੋਤ ਰਾਣਾ, ਹਾਂਜੀ
ਉਹਦੀ ਕੋਈ ਮਤਲਬ ਪੋਸਟਰ ਉਹਨੇ ਕੋਈ ਬਣਾਇਆ ਆ ਤੇ ਅੱਛਾ ਜੀ। ਆਪਣਾ WhatsApp ਦੇ ਉੱਤੇ ਜਾਂ ਕਿੱਥੇ ਆਇਆ ਸੀ ਹੂੰ ਵੀ ਜਿਹਦੇ ਵਿੱਚ ਉਹਨੇ ਲਿਖਿਆ ਕਹਿੰਦਾ ਵੀ ਇਹ ਰੋਜ਼ ਵੀ ਪ੍ਰੋਗਰਾਮ ਕਰਨ ਪੈ ਜਾਂਦਾ ਆ ਉੱਥੇ ਫਾਰਮਰਾਂ ਦੇ ਉੱਤੇ। ਇਹਨੂੰ ਕਹੋ ਵੀ ਵੀ ਉਹ 3 ਜਿਹੜੇ ਕਾਨੂੰਨ ਆ ਵੀ ਉਹਨਾਂ ਦੇ ਨਾਂ ਹੀ ਦੱਸ ਦਿਓ। ਆਹੋ ਸਹੀ ਗੱਲ ਹੈ ਜੀ, ਇਹਨੂੰ ਪਤਾ ਹੀ ਨਹੀਂ ਹੋਣਾ ਜੀ ਕਾਨੂੰਨ ਇਹ ਆਪੇ ਹੀ ਕਹੀ ਜਾਂਦਾ ਆਖਰੇ ਕਿਸੇ ਪ੍ਰੋਗਰਾਮ ਦੇ ਵਿੱਚ ਇਹਨੇ ਕੋਈ ਗੱਲ ਕੀਤੀ ਆ ਜਾਂ ਕਿਸੇ ਪੋਸਟ ਕੀਤੀ ਆ ਭਈ ਨਾ ਮੈਂ ਉਹ ਕਾਨੂੰਨ ਪੜ੍ਹੇ ਆ ਨਾ ਮੈਨੂੰ ਪਤਾ ਵੀ ਉਹਨਾਂ ਦੇ ਵਿੱਚ ਕੀ ਹੈਗਾ, ਪਰ ਬਕਵਾਸ ਕਰਨੀ ਬਕਵਾਸ ਕਰਨੀ ਹੈ। ਮੈਂ ਪੂਰੀ ਫੁੱਲ ਸਪੀਡ ਤੇ ਬਕਵਾਸ ਕਰਨੀ ਹੈ। ਨਹੀਂ ਉਹ ਭਾਜੀ ਫਿਰ ਗੱਲ ਉਹੀ ਹੋ ਜਾਂਦੀ ਨਾ, ਗੱਦਾਰ ਦਾ ਹੋਣਾ ਕੀ ਹੋਇਆ ਜੀ ਉਹ ਗੱਦਾਰੀ ਕਰਨੀ ਛੱਡ ਦੇਵੇ। ਜਿਹੜੇ ਤੁੱਕੜ ਪਏ ਆ ਉਹਨਾਂ ਦਾ ਮੁੱਲ ਹੁਣ ਉਹਨੇ ਮੋੜਨਾ ਹੀ ਮੋੜਨਾ ਹੈ ਕਿਸੇ ਤਰੀਕੇ ਦੇ ਨਾਲ। ਜਿਹੜਾ ਹੁੰਦਾ ਨਾ ਗੱਦਾਰ ਦਾ ਮਾਲਕ ਜੀ, ਉਹਨੂੰ ਵੀ ਪਤਾ ਹੁੰਦਾ ਆ ਭਈ ਇਹਨੇ ਉਨੀ ਦੇਰ ਤੱਕ ਹੀ ਪੂੰਛ ਹਿਲਾਉਣੀ ਆ ਜਿੰਨੀ ਦੇਰ ਤੱਕ ਉਨਾ ਕੁ ਟੁੱਕੜ ਪਿਆ ਵੀ ਇਹਨੂੰ ਅਗਲੇ ਦਾ ਜਿਹੜੀ ਆ ਅਗਲੇ ਟੁੱਕੜ ਦੀ ਆਸ ਰਵੇ, ਸੋ ਉਹ ਉਹਨਾਂ ਕੀ ਪਾਉਂਦਾ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਜਲੂਸ ਤਾਂ ਇਹਦਾ ਅਸੀਂ ਸਾਰੇ ਪਾਸੇ ਨਿਕਲਿਆ ਪਿਆ ਹੈ। ਸ਼ਰਮ ਗੱਲ ਉਹ ਹੋ ਜਾਂਦੀ ਨਾ ਕਿ ਜਿੱਦਾਂ ਅਸੀਂ ਕਰਦੇ ਗਾ ਹੌਸਲੇ ਦੀ ਗੱਲ ਕਿ ਹੌਸਲਾ ਕਿਸੇ ਨੇ ਦੇਖਿਆ ਥੋੜਾ ਨਾ, ਅਸਮਾਨੋਂ ਥੋੜਾ ਨਾ ਡਿੱਗਣਾ ਆ, ਏਦਾਂ ਹੀ ਸ਼ਰਮ ਹੈਗੀ ਹੈ। ਸ਼ਰਮ ਦਾ ਪਰਦਾ ਹੁੰਦਾ ਹੈ। ਹਰੇਕ ਜਿਹੜਾ ਕਹਿ ਲਓ ਭਈ ਸਾਡਾ ਗੁਣ ਜਿਹੜੇ ਨੇ ਜੀ ਭਈ ਉਹ ਏਦਾਂ ਨਹੀਂ ਦਿੱਤੇ ਜਾ ਸਕਦੇ ਹੁੰਦੇ ਵੀ ਆਹ ਦੇਖ ਵੀ ਆਹ ਮੈਂ ਤੈਨੂੰ ਆਹ ਗੁਣ ਜਿਹੜਾ ਵੀ ਇਹ ਪਰੋਸ ਕੇ ਥਾਲੀ ਦੇ ਵਿੱਚ ਤੇ ਦੇਣ ਲੱਗਿਆ, ਜਾਂ ਵੀ ਆਹ ਦੇਖ ਮੈਂ ਪਾਣੀ 'ਚ ਘੋਲ ਦਿੱਤਾ ਤੇ ਇਹਨੂੰ ਪੀਲਾ ਤੇ ਕਿ ਵੀ ਤੂੰ ਹੁਣ ਆਹ ਹੋ ਜਾਣਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਸ਼ਬਦਾਂ ਰਾਹੀਂ ਜੀ ਤੇ ਤੁਹਾਡਾ ਜਿਹੜਾ ਦਿਮਾਗ ਆ ਤੇ ਸੋਚਣੇ ਦਾ ਤਰੀਕਾ ਜਿਹੜਾ ਆ ਜੀ ਉਹਨੂੰ ਘੜ ਕੇ ਦਿੱਤੀਆਂ ਜਾਂਦੀਆਂ ਜੀ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਵੀ ਉਹ ਸਾਨੂੰ ਦਿਮਾਗ 'ਚ ਰੱਖਣੇ ਦੀ ਲੋੜ ਆ ਵੀ ਖਾਸ ਤੌਰ ਦੇ ਉੱਤੇ ਉਦੋਂ ਵੀ ਜਦੋਂ ਅਸੀਂ ਆਪਣੇ ਆਪ ਦੀ ਪੜਚੋਲ ਕਰ ਰਹੇ ਹਾਂ। ਬਿਲਕੁਲ ਵੀ ਕੀ ਮੈਂ ਡਰ ਰਿਹਾ, ਕੀ ਮੇਰੇ ਵਿੱਚ ਇਸ ਚੀਜ਼ ਨੂੰ ਹੱਥ ਪਾਉਣੇ ਦਾ ਹੌਸਲਾ ਹੈਗਾ ਜੀ। ਸੋ ਉਹ ਸਾਰੀਆਂ ਚੀਜ਼ਾਂ ਔਰ ਇਸੇ ਕਰਕੇ ਜਿਹੜਾ ਮੁੱਢਲਾ ਜਿਹੜਾ ਹੈਗਾ ਆ ਵੀ ਮੁੱਢਲੀ ਇੱਕ ਤਰ੍ਹਾਂ ਕਹਿ ਲਓ ਵੀ ਰਿਕੁਆਇਰਮੈਂਟ ਜ਼ਰੂਰਤ ਜਿਹੜੀ ਆ ਸ਼ਰਤ ਜੀ ਉਹ ਇਸ ਚੀਜ਼ ਦੀ ਆ ਵੀ ਆਪਣੇ ਆਪ ਨਾਲ ਬੰਦਾ ਹਮੇਸ਼ਾ ਇਮਾਨਦਾਰ ਹੋਵੇ। ਬਿਲਕੁਲ। ਜੇ ਆਪਣੇ ਆਪ ਨਾਲ ਝੂਠ ਬੋਲਣ ਲੱਗ ਪਿਆ, ਆਪਣੇ ਆਪ ਨਾਲ ਬੇਈਮਾਨ ਹੋ ਗਿਆ, ਫਿਰ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਖਿਆਲੀ ਦੁਨੀਆ ਦੇ ਵਿੱਚ ਹੀ ਵਿਚਰਦਾ ਰਹਿੰਦਾ ਵੀ ਜਿੱਥੇ ਉਹ ਆਪ ਜਿਹੜਾ ਆ ਵੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਦੂਸਰਾ ਸੈਮਸਨ ਦੀ ਔਲਾਦ ਆ ਵੀ ਬਸ ਵੀ ਮੈਂ ਤੇ ਹੁਣ ਕਹਿ ਲਓ ਵੀ ਪਹਾੜਾਂ ਦੇ ਪਹਾੜ ਢਾ ਦਿੰਦਾ ਆ। ਸਹੀ ਗੱਲ ਹੈ। ਨਹੀਂ ਮੈਡੀਕਲ ਟਰਮ 'ਚ ਮੈਨੂੰ ਲੱਗਦਾ ਇਹਨੂੰ ਪਾਗਲ ਕਹਿੰਦੇ ਹੋਣੇ ਭਾਜੀ, ਮੈਂਟਲ ਕੇਸ ਹੈ ਜਿੱਦਾਂ ਸਾਈਕੋ ਜਿੱਦਾਂ ਨਾ ਉਹ, ਕਿਉਂਕਿ ਜਿਹੜਾ ਬੰਦਾ ਆਪਣੇ ਆਪ ਦਾ ਇਮਾਨਦਾਰ ਨਹੀਂ ਹੈਗਾ ਉਹ ਬੰਦਾ ਨੋਰਮਲ ਹੋ ਹੀ ਨਹੀਂ ਸਕਦਾ ਭਾਜੀ। ਉਹ ਬੰਦਾ ਐਬ ਨੋਰਮਲ ਹੈ, ਉਹ ਸਾਈਕੋ ਆ, ਉਹ ਮੈਂਟਲ ਕੇਸ ਹੈਗਾ। ਤੇ ਉਹ ਚੀਜ਼ਾਂ ਨੂੰ ਸਾਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਕਿ ਕਿੱਦਾਂ ਜਿਹੜੇ ਗੱਦਾਰ ਆ ਗੱਦਾਰੀਆਂ ਕਰਦੇ ਫਿਰਦੇ ਤੁੱਕੜ। ਹੁਣ ਦੂਜੀ ਗੱਲ ਭਾਜੀ ਦੇਖਿਓ ਜਿਹੜੀ ਸਮਝ 'ਚ ਆ ਰਹੀ ਹੈ ਹੁਣ ਜਿਹੜਾ ਇੰਡੀਆ ਦਾ ਮੇਨ ਸਟ੍ਰੀਮ ਮੀਡੀਆ ਆ ਹੁਣ ਪੰਜਾਬ ਦੇ ਕਿਸਾਨਾਂ ਨੂੰ, ਖਾਸ ਕਰ ਪੰਜਾਬ ਦੇ ਕਿਸਾਨਾਂ ਨੂੰ ਟਾਰਗੇਟ ਕਰ ਰਿਹਾ ਆ ਖਾਲਿਸਤਾਨ ਦੀ ਲਹਿਰ ਨਾਲ ਜੋੜ ਕੇ, ਜਦ ਕਿ ਇੱਕ ਵੀ ਉੱਥੇ ਇੱਦਾਂ ਦਾ ਇੰਸੀਡੈਂਟ ਨਹੀਂ ਹੋਇਆ। ਜੇ ਮੰਨ ਲਓ ਮੇਰੀ ਨੌਲੇਜ 'ਚ ਤਾਂ ਹੈ ਨਹੀਂ ਜੀ ਕੋਈ ਹੋਇਆ ਹੈ, ਜੇ ਹੋਇਆ ਵੀ ਹੈ ਤੇ ਉਹ ਕਿਉਂ ਉਹਨੂੰ ਗਲਤ ਰੰਗਤ ਦੇ ਰਿਹਾ, ਇਹੀ ਰੰਗਤ ਇਹ ਦੇ ਰਿਹਾ ਇੱਥੇ ਬਹਿ ਕੇ ਲਿਬੜੀ ਮੱਝ। ਉਹਦੇ ਵਿੱਚ ਵੀ ਇਹ ਆ ਵੀ ਇਹ ਸਰਕਾਰੀ ਪੈਂਤੜੇ ਨੇ ਜਿੱਦਾਂ ਸ਼ਾਹੀਨ ਬਾਗ ਵਾਲਿਆਂ ਨੂੰ ਪਾਕਿਸਤਾਨ ਦੇ ਨਾਲ ਜੋੜੀ ਜਾਣਾ, ਉਹ ਅਲ-ਕਾਇਦਾ ਤੇ ਟੈਰਰਿਸਟ ਕਹੀ ਜਾਣਾ, ਉਹੀ ਉਹ ਹੱਥਕੰਡੇ ਇੱਥੇ ਲਾਉਣੇ ਚਾਹੁੰਦੇ ਆ। ਬਿਲਕੁਲ। ਪਰ ਉਹਨਾਂ ਨੂੰ ਪੰਗਾ ਇਹ ਪੈ ਗਿਆ ਵੀ ਜਦੋਂ ਜਿਹੜੇ ਦੂਸਰਾ ਹਿੰਦੂ ਕਿਸਾਨ ਆ ਤੇ ਮੁਸਲਮਾਨ ਕਿਸਾਨ ਆ ਉਹ ਵੀ ਜਦੋਂ ਆਪ ਨਾਲ ਆ ਕੇ ਜੁੜ ਗਿਆ ਤੇ ਉਹ ਕਹਿੰਦਾ ਵੀ ਅਸੀਂ ਇਹਨਾਂ ਦੇ ਨਾਲ ਬੈਠੇ ਆ ਵੀ ਕਿਹੜੇ ਅੱਤਵਾਦੀ ਕਿਹੜੇ ਖਾਲਿਸਤਾਨੀਆਂ ਦੀ ਤੁਸੀਂ ਗੱਲ ਕਰਦੇ ਆ। ਹਾਂਜੀ। ਮੁੱਦਾ ਭਟਕਾਣੇ ਲਈ ਸਭ ਕੁਝ ਡਰਾਮੇ ਕੀਤੇ ਜਾ ਰਹੇ ਆ। ਪਰ ਉਹ ਹੁਣ ਉਹ ਹਥਿਆਰ ਉਹ ਵੀ ਜੇ ਖੁੰਡਾ ਹੋ ਗਿਆ ਸਰਕਾਰ ਦਾ ਤੇ RSS ਦਾ ਤੇ ਆ ਇਹੋ ਜਿਹੜੇ ਗਦਾਰ ਨੇ ਸਾਡੇ ਲੋਕਲ ਤੇ ਉਹ ਤੇ ਫਿਰ ਇੱਕ ਤਰ੍ਹਾਂ ਨਾਲ ਨਹੀਂ ਉਹ ਤਾਂ ਭਾਜੀ ਉਹਦਾ ਵਧੀਆ ਗੱਲ ਹੋਈ ਆ। ਹਾਂਜੀ ਬਹੁਤ ਵਧੀਆ ਗੱਲ ਹੋਈ ਆ। ਬਿਲਕੁਲ ਵਧੀਆ ਗੱਲ। ਇਹਨਾਂ ਨੇ ਹਥਿਆਰ ਖੁੰਡਾ ਕਰਤਾ ਸਰਕਾਰ ਦਾ ਇਸ ਮੁਹਿੰਮ ਦੇ ਉੱਤੇ। ਨਹੀਂ ਉਹ ਮੈਨੂੰ ਲੱਗਦਾ ਰਾਜਸਥਾਨ ਦਾ ਕੋਈ ਕਿਸਾਨਾਂ ਦਾ ਲੀਡਰ ਸੀਗਾ, ਉਹਨੇ ਇੰਨੀ ਗੱਲ ਕਹੀ ਹੈ, ਕਹਿੰਦੇ ਕਿ ਇਹ ਗਲਤ ਜਿਹੜਾ ਮੀਡੀਆ ਆ ਇਸ ਮੁਹਿੰਮ ਨੂੰ ਗਲਤ ਰੰਗਤ ਦੇ ਰਿਹਾ ਹੈ ਖਾਲਿਸਤਾਨ ਨਾਲ ਜੋੜ ਕੇ। ਕਹਿੰਦਾ ਜੇ ਹੱਕ ਮੰਗਣਾ ਖਾਲਿਸਤਾਨੀ ਤਾਂ ਕਹਿੰਦਾ ਮੈਂ ਵੀ ਖਾਲਿਸਤਾਨੀ ਆ, ਤਮਿਲਨਾਡੂ ਦਾ ਕਿਸਾਨ ਵੀ ਖਾਲਿਸਤਾਨੀ ਆ, ਬਿਹਾਰ ਦਾ ਕਿਸਾਨ ਵੀ ਖਾਲਿਸਤਾਨੀ ਹੈਗਾ। ਫਿਰ ਜੇ ਆਪਣਾ ਹੱਕ ਮੰਗਣਾ ਔਰ ਉਹ ਸਭ ਤੋਂ ਕਹਿ ਲਓ ਵੀ ਇਹ ਪੋਜ਼ਿਟਿਵ ਡਿਵੈਲਪਮੈਂਟ ਇਹ ਆ ਵੀ ਜਿੱਥੇ ਵੀ ਜਿੱਦਾਂ ਨਾ ਵੀ ਖਾਲਿਸਤਾਨ ਨੂੰ ਇੱਕ ਗਾਲ ਵਜੋਂ ਵਰਤਿਆ ਜਾਂਦਾ ਇਹਨਾਂ ਨੇ ਬਾਹਮਣਾਂ ਨੇ ਤੇ ਜਿਹੜਾ ਦੂਸਰਾ ਗਦਾਰਾਂ ਨੇ ਹਿੰਦੂ ਮੀਡੀਆ ਜਿਹੜਾ ਆ ਵੀ ਇਹਨਾਂ ਨੇ ਜਿਹੜਾ ਇਹ ਬਣਾਤਾ ਉਹ ਵੀ ਤੋੜ ਦਿੱਤਾ ਜੀ। ਬਿਲਕੁਲ। ਜਿਹੜੀ ਮਤਲਬ ਇੱਕ ਬਹੁਤ ਪੋਜ਼ਿਟਿਵ ਚੀਜ਼ ਆ। ਔਰ ਉੱਥੇ ਮੈਂ ਦੇਖੀ ਪੋਸਟ ਉਹ ਇੰਸਟਾਗ੍ਰਾਮ ਦੇ ਉੱਤੇ ਖਾਸ ਤੌਰ ਤੇ ਵੀ ਜਿਹੜਾ ਇੰਸਟਾਗ੍ਰਾਮ ਉਹ ਬੜੇ ਜਿਹੜੇ ਆਪਣੇ ਕਹਿ ਲਓ ਵੀ ਯੰਗ ਆ ਜੀ, ਉਹ ਉਹਨਾਂ ਦਾ ਪਲੇਟਫਾਰਮ ਆ ਵੀ ਜ਼ਿਆਦਾ ਉਹੀ ਯੂਥ ਹੀ ਉਹਦੇ ਉੱਤੇ ਐਕਟਿਵ ਆ ਤੇ ਉਹ ਕੁੜੀਆਂ ਜਿਹੜੀਆਂ ਹਿੰਦੂਆਂ
ਦੀਆਂ ਤੇ ਜਿਹੜੇ ਮੁੰਡੇ ਹਿੰਦੂਆਂ ਦੇ ਵੀ ਉਹ ਇਹ ਗੱਲਾਂ ਕਹਿ ਰਹੇ ਨੇ ਭਈ ਜੇ ਤੁਸੀਂ ਮੰਗਦੇ ਆ ਹਿੰਦੂ ਰਾਸ਼ਟਰ ਤੇ ਉਹ ਠੀਕ ਆ, ਜਾਇਜ਼ ਆ, ਤੇ ਫਿਰ ਜੇ ਕੋਈ ਸਿੱਖ ਰਾਸ਼ਟਰ ਮੰਗਦਾ ਆ, ਕੋਈ ਖਾਲਿਸਤਾਨ ਕਹਿ ਰਿਹਾ ਆ, ਉਹ 'ਚ ਕੀ ਗਲਤ ਆ? ਪ੍ਰੋਬਲਮ ਕੀ ਹੈ? ਸੋ ਉਹ ਜਦੋਂ ਉਹ ਸਵਾਲ ਇਹ ਰੇਜ਼ ਕਰਨ ਲੱਗ ਪੈਣ ਤੇ ਉੱਥੇ ਪਤਾ ਲੱਗ ਜਾਂਦਾ ਵੀ ਉਹ ਪ੍ਰੋਪੇਗੈਂਡਾ ਜਿਹੜਾ ਆ ਵੀ ਉਹਦੀ ਮਿਆਦ ਜਿਹੜੀ ਆ ਵੀ ਉਹ ਖਤਮ ਹੋ ਚੁੱਕੀ ਆ, ਵੀ ਬਸ ਹੁਣ ਐਕਸਪਾਇਰ ਹੋ ਗਿਆ ਡਰਾਮਾ। ਬਿਲਕੁਲ। ਸੋ ਵਧੀਆ ਚੀਜ਼ ਹੈ। ਇਹ ਪ੍ਰੋਪੇਗੈਂਡਾ ਹੀ ਬਣਾਇਆ ਜਾ ਰਿਹਾ ਨਾ ਇਹਨਾਂ ਵੱਲੋਂ, ਇਹਨਾਂ ਗੱਦਾਰਾਂ ਵੱਲੋਂ ਵੀ ਇਹ ਪ੍ਰੋਪੇਗੈਂਡਾ ਬਣਾਏ ਜਾ ਰਹੇ ਹੈਗੇ ਆ। ਅੱਛਾ, ਇੱਥੇ ਇਹਨਾਂ ਦਾ ਇੱਕ ਹੋਰ ਜਿਹੜਾ ਡਬਲ ਫੇਸ ਹੈ ਭਾਜੀ, ਜਿਹੜਾ ਕਹਿ ਲਓ ਕਿ ਉਹ ਵੀ ਇੱਕ ਤਰ੍ਹਾਂ ਦਾ ਨੰਗਾ ਹੋਇਆ। ਹੁਣ ਜਦੋਂ ਸਿੱਖ ਹਥਿਆਰ ਚੱਕਦੇ ਆ, ਖਾਸ ਕਰ ਮੈਂ ਲਿਬੜੀ ਮਾਈ ਦੀ ਗੱਲ ਕਰਦਾ ਆ, ਉਦੋਂ ਗੱਲਾਂ ਕਰਦੇ ਵੀ ਹਥਿਆਰ ਕਿੱਥੇ ਚੱਕ ਸਕਦੇ ਤੁਸੀਂ ਡੈਮੋਕ੍ਰੇਸੀ 'ਚ, ਇੱਦਾਂ ਆ ਉੱਦਾਂ ਆ। ਮਤਲਬ ਆਪਾਂ ਇਹਦੇ ਹਜੇ ਡਿਟੇਲ 'ਚ ਨਹੀਂ ਜਾ ਰਹੇ ਇਸ ਵਿਸ਼ੇ 'ਤੇ, ਮੈਂ ਇੱਕ ਓਪਰੀ ਜੀ ਗੱਲ ਕਰ ਰਹੇ। ਇਹ ਸਟੇਟਮੈਂਟਾਂ ਦਿੰਦੇ ਹੁੰਦੇ ਆ ਕਿ ਖਾਸ ਕਰ ਭਿੰਡਰਾਂ ਵਾਲਿਆਂ ਦੇ ਸਮੇਂ 'ਤੇ ਜਾਂ ਉਸ ਤੋਂ ਬਾਅਦ ਦੇ ਸਮੇਂ 'ਤੇ ਕਿ ਤੁਸੀਂ ਡੈਮੋਕ੍ਰੇਸੀ ਹਥਿਆਰ ਕਿੱਦਾਂ ਚੱਕ ਸਕਦੇ ਆ। ਹੁਣ ਡੈਮੋਕ੍ਰੇਸੀ 'ਚ ਰਹਿ ਕੇ ਉਹ ਆਪਣੇ ਡੈਮੋਕ੍ਰੈਟਿਕ ਹੱਕ ਵਰਤ ਰਹੇ ਆ ਪ੍ਰੋਟੈਸਟ ਕਰਨ ਦਾ। ਹੁਣ ਵੀ ਇਹਨਾਂ ਨੂੰ ਪ੍ਰੋਬਲਮ ਹੈਗੀ ਹੈ, ਯਾਨੀ ਕਿ ਹੁਣ ਵੀ ਇਹਨਾਂ ਦੇ ਚਮੂੜੇ ਲੜ ਰਹੇ ਹੈਗੇ ਆ, ਯਾਨੀ ਕਿ। ਤੇ ਫਿਰ ਤੁਸੀਂ ਖੜਨਾ ਕਿੱਥੇ ਆ? ਅਗਲਾ ਆਪਣਾ ਹੁਣ ਅਗਲੇ ਨਾਲ ਧੱਕਾ ਹੋ ਰਿਹਾ ਆ, ਸਰਕਾਰ ਕਰ ਰਹੀ ਧੱਕਾ। ਹੁਣ ਸਰਕਾਰ ਧੱਕਾ ਕਰ ਰਹੀ ਹੈ ਤੇ ਇੱਕ ਡੈਮੋਕ੍ਰੇਸੀ ਕੰਟਰੀ ਦੇ ਵਿੱਚ ਡੈਮੋਕ੍ਰੈਟਿਕ ਹੱਕ ਹੈ ਉਹਨਾਂ ਦਾ ਆਪਣੇ ਹੱਕਾਂ, ਆਪਣੇ ਪ੍ਰੋਟੈਸਟ ਕਰਕੇ ਆਪਣਾ ਜਿਹੜਾ ਕਹਿ ਲਓ ਕਿ ਵਿਰੋਧ ਕਰਨਾ, ਆਪਣੇ ਰੋਸ ਨੂੰ ਉਹਨਾਂ ਨੇ ਪ੍ਰਦਰਸ਼ਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਦੱਸਿਆ ਕਿ ਭਾਈ ਅਸੀਂ ਗੁੱਸੇ 'ਚ ਹੈਗੇ ਹਾਂ। ਹੁਣ ਜੇ ਉਹ ਵੀ ਨਹੀਂ ਤੁਸੀਂ ਉਹ ਅਲਾਓ ਕਰਦੇ ਜਾਂ ਉੱਤੇ ਵੀ ਤੁਹਾਡੀ ਤੁਸੀਂ ਉਂਗਲ ਚੱਕਦੇ ਆ, ਤੇ ਫਿਰ ਬੰਦਾ ਕੀ ਕਰੂਗਾ ਦੱਸੋ? ਨਹੀਂ, ਗੱਲ ਕੀ ਹੈ ਕਿ ਹਰ ਪਾਸੇ ਮੁੱਦੇ ਨੂੰ ਭਟਕਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈ। ਕਮੀਨੇ ਨੇ, ਬੇਈਮਾਨ ਨੇ, ਔਰ ਕਹਿ ਲਓ ਪਈ ਇਹਨਾਂ ਦੇ ਬਾਰੇ ਹੀ ਅੰਗਰੇਜ਼ਾਂ ਵੇਲੇ ਇਹੋ ਜਿਹੇ ਹੀ ਵੀ ਜਿਹਨਾਂ ਨੂੰ ਟੋਡੀ ਬੱਚਾ ਕਹਿੰਦੇ ਹੁੰਦੇ ਸੀ। ਅੱਛਾ ਜੀ। ਸੋ ਇਸ ਕਰਕੇ ਵੀ ਇਹ ਗਦਾਰ ਕਿਸਮ ਆ ਇਹ। ਬਿਲਕੁਲ ਭਾਜੀ, ਇਹਨਾਂ ਦੇ ਕੋਲੇ ਵੀ ਮਤਲਬ ਇਹੀ ਆਰਟ ਆ, ਇਹੀ ਗਦਾਰੀ ਦਾ। ਨਹੀਂ ਬਿਲਕੁਲ ਭਾਜੀ। ਇੱਕ ਜਿਹੜੀ ਤੁਸੀਂ ਹੁਣ ਹਿੰਦੂ ਕੁੜੀ ਮੁੰਡਿਆਂ ਦੀ ਗੱਲ ਕੀਤੀ ਸੀ, ਉੱਤੇ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ। ਇੱਕ ਕਲਿੱਪ ਘੁੰਮਦੀ ਫਿਰਦੀ ਹੈ ਹੁਣ, ਕਿਸਾਨ ਉੱਥੇ ਜਾ ਕੇ ਬੈਠੇ ਆ ਧਰਨੇ ਦੇ ਵਿੱਚ, ਬਾਕੀ ਸਟੇਟਾਂ ਤੋਂ, ਪੰਜਾਬ ਤੋਂ ਖਾਸ ਕਰਕੇ, ਤੇ ਵਿੱਚ ਬੀਬੀਆਂ ਵੀ ਹੈਗੀਆਂ ਆ। ਹੁਣ ਜਿਹੜਾ ਉੱਥੇ ਲੋਕਲ ਆ ਤੇ ਹਿੰਦੂ ਪੋਪੂਲੇਸ਼ਨ ਜ਼ਿਆਦਾ ਹੈਗੀ ਆ, ਤੇ ਉੱਥੇ ਉਹ ਉਹਨਾਂ ਨੂੰ ਆ ਕੇ ਕਹਿ ਰਹੇ ਆ, ਖਾਸ ਕਰ ਬੀਬੀਆਂ ਨੂੰ, ਜੇ ਤੁਸੀਂ ਟਾਇਲਟ ਵਰਤਣਾ ਹੈ ਜਾਂ ਨਹਾਉਣਾ ਧੋਣਾ ਹੈ, ਤੁਸੀਂ ਸਾਡੇ ਘਰ ਵਰਤ ਲਓ, ਯੂਜ਼ ਕਰ ਲਓ। ਯਾਨੀ ਕਿ ਇੱਕ ਤਰ੍ਹਾਂ ਨਾਲ ਲੋਕਲ ਪਬਲਿਕ ਦਾ ਵੀ ਸਪੋਰਟ ਮਿਲ ਰਿਹਾ ਆ। ਤੇ ਤੁਸੀਂ ਇਹਨੂੰ ਕਿੱਦਾਂ ਕਿਹੜੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਵੱਖਵਾਦੀ ਨੇ ਜਾਂ ਆਤੰਕਵਾਦੀ ਨੇ? ਯਾਨੀ ਕਿ ਈਵਨ ਹਾਵੀ ਜਿਹੜੀਆਂ ਕਹਾਣੀਆਂ, ਜਿਹੜੀਆਂ ਖਬਰਾਂ ਆ ਰਹੀਆਂ, ਉਹ ਬਹੁਤ ਵਧੀਆ ਨੇ। ਵੀ ਜਿਹਦੇ ਵਿੱਚ ਉਹ ਕਹਿੰਦੇ ਵੀ ਜਦੋਂ ਇਹਨਾਂ ਨੇ ਖੱਟੜ ਦੀ ਜਿਹੜੀ ਹਰਿਆਣੇ ਦੀ ਸਰਕਾਰ ਸੀ ਜੀ, ਜਦੋਂ ਉਹਨਾਂ ਨੇ ਉਹ ਖਾਈਆਂ ਪੁੱਟੀਆਂ ਆ ਰਾਵਾਂ ਦੇ ਵਿੱਚ, ਹਾਂਜੀ, ਖਾਈਆਂ ਜਿਹੜੀਆਂ ਆ ਉਹ ਜਿਹੜੇ ਉੱਥੇ ਦੇ ਹਰਿਆਣੇ ਦੇ ਲੋਕਲ ਫਾਰਮਰ ਨੇ, ਬਿਲਕੁਲ ਉਹਨਾਂ ਨੇ ਉਹ ਪੂਰ ਦਿੱਤੀ। ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਵਧੀਆ ਡਿਵੈਲਪਮੈਂਟ ਆ। ਸਮਾਂ ਕਿ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਇਹ ਜਿਹੜੀ ਮੁਹਿੰਮ ਆ ਜੀ, ਵੀ ਜ਼ਿਮੀਂਦਾਰ ਜਿਹੜੇ ਆ ਵੀ ਉਹਨਾਂ ਦੇ ਏਕੇ ਦੇ ਨਾਲ ਵੀ ਜਿਹੜਾ ਮੁਲਕ ਆ ਵੀ ਉਹ ਸਟਰੋਂਗ ਹੋ ਰਿਹਾ, ਸਟਰੋਂਗ ਹੋ ਰਿਹਾ। ਵੀ ਜਿਹੜੇ ਪਾੜੇ ਪਾਏ ਸੀਗੇ ਖਾਸ ਤੌਰ ਤੇ ਪੰਜਾਬ ਨੂੰ, ਸਿੱਖਾਂ ਨੂੰ ਅਲੱਗ ਥਲੱਗ ਕੱਢਿਆ ਹੈਗਾ, ਬਿਲਕੁਲ ਉਹ ਦੁਬਾਰਾ ਸਮਾਂ ਕੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹ ਵੀ ਇੱਕੋ ਸਰੀਰ ਦਾ ਹਿੱਸਾ ਜਿਹੜਾ ਆ ਵੀ ਉਹਦੇ ਵਜੋਂ ਅਖੇ ਵੀ ਉਹ ਕਬੂਲ ਕਰਨ ਲੱਗ ਪਏ। ਸਹੀ ਗੱਲ ਹੈ। ਨਹੀਂ ਇਹਦਾ ਭਾਈ ਬਾਕੀ ਆਪਣੇ ਆਪ ਹਾਂਜੀ, ਬਾਕੀ ਸਟੇਟਾਂ ਦੇ ਫਾਰਮਰਸ ਜਿਹੜੇ ਕਿਸਾਨ ਆ, ਉਹਨਾਂ ਦੇ ਲੀਡਰਾਂ ਦੀ ਵੀ ਇਹ ਸਟੇਟਮੈਂਟ ਹੈਗੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਦੇਖ ਕੇ ਸਾਨੂੰ ਹੌਸਲਾ ਆਇਆ, ਨਹੀਂ ਤਾਂ ਅਸੀਂ ਤਾਂ ਮਤਲਬ ਢਹਿ ਢੇਰੀ ਹੋ ਕੇ ਬਹਿ ਗਏ ਸੀਗੇ ਤੇ ਹੌਸਲਾਹੀਣ ਹੋ ਕੇ ਬਹਿ ਗਏ ਸੀਗੇ। ਯਾਨੀ ਕਿ ਪੰਜਾਬ ਨੇ ਇੱਕ ਵਾਰ ਫਿਰ ਸਾਬਤ ਕਰਤਾ ਕਿ ਜ਼ਾਲਮ ਨਾਲ ਮੱਥਾ ਕਿੱਦਾਂ ਲਾਣਾ ਆ, ਜ਼ੁਲਮ ਦੇ ਖਿਲਾਫ ਕਿੱਦਾਂ ਆਵਾਜ਼ ਤਕੜੀ ਕਰਕੇ ਆਪਣੀ ਆਵਾਜ਼ ਬੁਲੰਦ ਕਰਨੀ ਹੈਗੀ ਹੈ। ਔਰ ਅਸਲ 'ਚ ਇਸੇ ਚੀਜ਼ ਤੋਂ ਹੀ ਡਰਦੇ ਵੀ ਇਹ ਜਿਹੜੀਆਂ ਸਰਕਾਰਾਂ ਦਿੱਲੀ ਦੀਆਂ, ਵੀ ਇਹਨਾਂ ਨੇ ਉਹ 80ਵਿਆਂ 90ਵਿਆਂ ਦੇ ਵਿੱਚ ਜੋ ਜ਼ੁਲਮ ਢਾਇਆ ਜੀ, ਉਹ ਇਸੇ ਚੀਜ਼ ਤੋਂ ਡਰਦੇ ਹੀ ਢਾਇਆ ਸੀ। ਕਿਉਂਕਿ 75 ਜਦੋਂ ਐਮਰਜੈਂਸੀ ਲਾਈ ਸੀ ਜੀ, ਬਿਲਕੁਲ ਉਸ ਵੇਲੇ ਪੰਜਾਬ ਦੇ ਵਿੱਚੋਂ ਜਿਹੜੀ ਲਹਿਰ ਉੱਠੀ ਸੀਗੀ, ਉਹਨੇ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਸੀ ਵੀ 2 ਸਾਲਾਂ ਦੇ ਵਿੱਚ ਇਲੈਕਸ਼ਨਾਂ ਕਰਾਉਣੇ ਨੇ। ਤੇ ਉਹ ਤੋਂ ਬਾਅਦ ਉਹਨਾਂ ਨੇ ਜਿਹੜਾ ਜ਼ੁਲਮ ਢਾਇਆ ਆ ਪੰਜਾਬ ਦੇ ਉੱਤੇ ਜੀ, ਉਹ ਹੀ ਸੀਗਾ ਵੀ ਇੱਕ ਵਾਰੀ ਲੱਕ ਤੋੜ ਦਿਓ ਇਹਨਾਂ ਦਾ, ਵੀ ਗਾਂਹ ਤੋਂ ਕੁਛ ਕਰਨ ਜੋਗੇ ਨਾ ਹੋਣ ਜੀ, ਬਿਲਕੁਲ। ਤੇ ਹੁਣ ਜਿਹੜਾ ਆ ਵੀ ਉਹ ਹਿੰਮਤ ਜਿਹੜੀ ਆ ਉਹ ਦੇਖ ਕੇ ਤੇ ਬਹੁਤ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਸਕੂਨ ਜਿਹਾ ਮਿਲਦਾ, ਬਿਲਕੁਲ ਭਾਈ। ਜੋ ਸਾਡੇ ਕਿਰਦਾਰ ਦੇ ਇੱਕ ਮੁੱਢਲਾ ਜਿਹੜੀ ਮੁੱਢ ਆ, ਬਿਲਕੁਲ ਭਈ ਉਹ ਅਗਲਿਆਂ ਨੇ ਤਬਾਹ ਕਰਨੇ ਦੀ, ਖਤਮ ਕਰਨੇ ਦੀ ਕੋਸ਼ਿਸ਼ ਕੀਤੀ, ਪੁਰਜ਼ੋਰ ਕੋਸ਼ਿਸ਼ ਕੀਤੀ, ਪਰ ਉਹ ਅਜੇ ਵੀ ਜਿਹੜਾ ਆ ਵੀ ਉਹ ਦੁਬਾਰਾ ਪੁੰਗਰ ਪਿਆ, ਬਿਲਕੁਲ ਪੁੰਗਰ। ਉਹ ਦੇਖ ਕੇ ਵੀ ਬਹੁਤ ਵਧੀਆ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਪੋਜ਼ਿਟਿਵ ਜਿਹੜੀ ਫੀਲਿੰਗ ਆ ਉਹ ਆਉਂਦੀ ਆ। ਨਹੀਂ ਭਾਜੀ, ਇਤਿਹਾਸ 'ਚ ਫਿਰ ਉਹ ਪੰਜਾਬ ਆਪਣਾ ਨਾਂ ਦੁਬਾਰਾ ਦਰਜ ਕਰਾ ਗਿਆ ਹੈ ਜ਼ਾਲਮਾਂ ਖਿਲਾਫ ਖੜਨ ਵਾਸਤੇ, ਤੇ ਇਹੋ ਜਿਹੇ ਗੱਦਾਰ ਆਪਣਾ ਨਾਂ ਫਿਰ ਦਰਜ ਕਰਾ ਗਏ ਨੇ ਕਿ ਇਹ ਡੋਗਰੇ ਕਿਸਮ ਦੇ ਲੋਕ ਕਿੱਦਾਂ ਗੱਦਾਰੀਆਂ ਕਰਦੇ ਨੇ ਆਪਣੀ ਕੌਮ ਨਾਲ। ਇਹਨਾਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ, ਇਹਨਾਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ, ਕਿੱਦਾਂ ਆਪਣੀ ਗੱਦਾਰੀਆਂ ਕਰਦੇ ਆਪਣੀ ਕੌਮ ਦੇ ਨਾਲ, ਆਪਣੇ ਬੰਦਿਆਂ ਦੇ ਨਾਲ। ਤੇ ਖੈਰ ਭਾਜੀ, ਅਸੀਂ ਮੋੜ ਆਰਟੀਕਲ ਵੱਲ ਵਧੀਏ। ਹਾਂਜੀ।
ਫਿਰ ਉਹ ਮੂਲ ਮੰਤਰ ਨੂੰ ਡਿਸਕ੍ਰਾਈਬ ਕਰਦੇ ਨੇ, ਲਿਖਦੇ ਹਨ ਕਿ ਉਹ ਹਸਤੀ ਕੇਵਲ ਇੱਕ ਹੈ, ਸਦਾ ਰਹਿਣ ਵਾਲੀ ਹੈ, ਸਭ ਵਸਤਾਂ ਵਿੱਚ ਵਿਆਪਕ ਹੋ ਕੇ ਸਭ ਨੂੰ ਧਾਰਨ ਵਾਲੀ ਹੈ, ਸਾਰੀਆਂ ਵਸਤਾਂ ਨੂੰ ਉਪਜਾਉਣ ਵਾਲੀ ਹੈ, ਆਪਣੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਬਿਨਾਂ ਡਰ ਦੇ ਬਿਨਾਂ ਵੈਰ ਦੇ ਹੈ, ਉਸ ਹਸਤੀ ਪਰ ਸਮੇਂ ਦਾ ਅਸਰ ਨਹੀਂ, ਜਨਮ ਮਰਨ ਤੋਂ ਰਹਿਤ ਹੈ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੈ, ਗੁਰੂ ਦੀ ਕਿਰਪਾ ਦੁਆਰਾ ਜਾਣੀ ਜਾਂਦੀ ਹੈ। ਬਿਲਕੁਲ। ਇੱਥੇ ਵੀ ਜਿਹੜੇ ਹੈਗੇ ਨਾ ਸ਼ਬਦਾਂ ਦੀ ਚੋਣ ਤੇ ਜਿਹੜੀ ਕਹਿ ਲਓ ਭਈ ਵਾਕ ਬਣਤਰ ਆ, ਹਾਂਜੀ ਹਾਂਜੀ, ਤੇ ਉਹ ਥੋੜਾ ਜਿਹਾ ਭਈ ਕਨਫਿਊਜ਼ਨ ਕ੍ਰੀਏਟ ਕਰਦੀ ਆ ਜੀ, ਭਈ ਜਿੱਦਾਂ ਭਈ ਇੱਥੋਂ ਇਦਾਂ ਲੱਗਦਾ ਭਈ ਇਹ ਜਿਹੜਾ ਮੂਲ ਮੰਤਰ ਆ ਇਹ ਸਿਰਫ ਜੋ ਆਪਾਂ ਨੂੰ ਇਹ ਦੁਨੀਆ ਦੇਖ ਰਹੀ ਆ ਜੀ, ਬਿਲਕੁਲ ਵੀ ਇਹਦੇ ਉੱਤੇ ਹੀ ਅਪਲਾਈ ਹੋ ਰਿਹਾ ਹੋ ਰਹੇ ਆ। ਤੇ ਜਦ ਕਿ ਭਈ ਜਦੋਂ ਆਪਾਂ ਗਾਂਹ ਗੁਰਬਾਣੀ ਪੜ੍ਹੀ ਦੀ ਆ ਵੀ ਜਿੱਦਾਂ ਖਾਸ ਤੌਰ ਤੇ ਵੀ ਜਦੋਂ ਗੁਰੂ ਪਾਤਸ਼ਾਹ ਅੱਗੇ ਜਾ ਕੇ ਬਹੁਤ ਅਰਬਦ ਨਰਬਦ ਧੁੰਦੂਕਾਰਾ ਤੇ ਜਿਹੜਾ ਉਹ ਸਾਰਾ ਸ਼ਬਦ ਜਿਹੜਾ ਵੀ ਬ੍ਰਹਮੰਡ ਦੀ ਵਿਆਖਿਆ ਕਰਦੇ ਆ, ਤੇ ਉਹ ਬਹੁਤ ਥਾਵਾਂ ਦੇ ਉੱਤੇ ਬ੍ਰਹਮੰਡ ਦੀ ਵਿਆਖਿਆ ਹੁੰਦੀ ਆ ਵੀ ਸੁਖਮਨੀ ਸਾਹਿਬ ਦੇ ਵਿੱਚ ਵੀ ਆ ਤੇ ਹੋਰ ਥਾਵਾਂ ਤੇ ਵੀ ਭਈ ਜਿੱਥੇ ਉਹ ਕਹਿੰਦੇ ਆ ਵੀ ਗੱਲ ਜਿਹੜੀ ਆ ਬ੍ਰਹਮੰਡ ਦੀ ਹੋ ਰਹੀ ਆ ਜੀ, ਬਿਲਕੁਲ ਵੀ ਉਹ ਇਹ ਨਹੀਂ ਕਹਿੰਦੇ ਵੀ ਇਹ ਵੀ ਧਰਤੀ ਦੀ, ਪੰਜਾਬ ਦੀ ਜਾਂ ਇਹ ਕਿਸੇ ਖਾਸ ਜਗ੍ਹਾ ਦੀ ਹੋ ਰਹੀ ਆ। ਸੋ ਉਹ ਉਸ ਹਿਸਾਬ ਨਾਲ ਜਦੋਂ ਆਪਾਂ ਲੈਂਦੇ ਆ ਤੇ ਇਹ ਜਿਹੜੀ ਹੈਗੀ ਨਾ ਵਾਕ ਬਣਤਰ ਜਿਹੜੀ ਆ ਜੀ, ਤੇ ਜਿਹੜੀ ਸ਼ਬਦਾਂ ਦੀ ਚੋਣ ਆ ਜੀ, ਵੀ ਉਹ ਫਿਰ ਜਿਹੜੀ ਮਸਲੇ ਪੈਦਾ ਕਰਦੀ ਆ, ਉਹ ਜਿੱਦਾਂ ਉਦਾਹਰਨ ਦੇ ਤੌਰ ਦੇ ਉੱਤੇ ਵੀ ਉਹ ਕਹਿੰਦੇ ਵੀ ਆਪਣੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਜੀ, ਵੀ ਹੁਣ ਉਹ ਜਦੋਂ ਇਹਨੂੰ ਤੁਸੀਂ ਆ ਪਿਛਲਾ ਜਿਹੜਾ ਸ਼ਬਦ ਵਾਕ ਆ ਜੀ, ਤੇ ਇਹਨਾਂ ਦੋਵਾਂ ਵਾਕਾਂ ਨੂੰ ਪੜ੍ਹਦੇ ਆ ਵੀ ਸਾਰੀਆਂ ਵਸਤਾਂ ਨੂੰ ਉਪਜਾਉਣ ਵਾਲੀ ਹੈ ਤੇ ਆਪਣੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਜੀ, ਉਹ ਇਦਾਂ ਇੰਪ੍ਰੈਸ਼ਨ ਦਿੰਦੀ ਆ ਵੀ ਜਿੱਦਾਂ ਨਾ ਢੱਡਰੀ ਜਿਹੜੀ ਆ ਵੀ ਉਹ ਬਕਵਾਸ ਕਰਦਾ ਸੀ ਭਈ ਇਹ ਕੁਦਰਤ ਹੀ ਰੱਬ ਆ, ਤੇ ਉਹ ਜਿਹੜੀ ਉਹੋ ਜਿਹੀ ਚੀਜ਼ ਆ ਨਾ ਵੀ ਉਹ ਕਨਫਿਊਜ਼ਨ ਜਿਹੜੀ ਆ ਵੀ ਉਹ ਜ਼ਰੂਰੀ ਆ ਵੀ ਉਹਨੂੰ ਜੇ ਐਡਰੈਸ ਕੀਤਾ ਜਾਵੇ ਵੀ ਜੇ ਖਦਸ਼ਾ ਵੀ ਹੋਵੇ ਉਸ ਚੀਜ਼ ਦਾ ਭਈ ਕੋਈ ਜਣਾ ਇਹਨੂੰ ਇਦਾਂ ਸਮਝ ਸਕਦਾ ਤੇ ਉਹਨੂੰ ਕਲੈਰੀਫਾਈ ਕਰਦਾ ਜਾਵੇ, ਬਿਲਕੁਲ, ਕਿਉਂਕਿ ਇਹ ਜਿਹੜੀ ਪਿਰਤ ਆ ਵੀ ਇਹ ਗੁਰਬਾਣੀ ਦੇ ਵਿੱਚ ਹੀ ਪਾਈ ਗਈ ਹੈ ਭਈ ਜਦੋਂ ਦੂਜੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਤੇ ਜਿਹੜੇ ਭਗਤਾਂ ਦੇ ਸ਼ਬਦ ਨੇ ਭਈ ਜਿਹਦੇ ਵਿੱਚ ਦੂਜੇ ਪਾਤਸ਼ਾਹ ਨੂੰ ਭਈ ਇਹ ਮਹਿਸੂਸ ਹੋਇਆ ਵੀ ਇੱਥੇ ਜਿਹੜਾ ਸਿੱਖ ਆ ਭਈ ਉਹ ਟਪਲਾ ਖਾ ਸਕਦਾ ਜਾਂ ਵੀ ਇਸ ਤੁਕ ਨੂੰ ਇਦਾਂ ਵੀ ਸਮਝ ਸਕਦਾ ਹੈ, ਉਹ ਫਿਰ ਉਹ ਆਪਣੇ ਸ਼ਲੋਕ ਨਾਲ ਜੋੜ ਕੇ ਤੇ ਉਹਨੂੰ ਕਲੈਰੀਫਾਈ ਕਰ ਦਿੱਤਾ ਉਹਨਾਂ ਨੇ ਭਈ ਇੱਥੇ ਆ ਜਿਹੜਾ ਵੀ ਇਹਦਾ ਆ ਮਤਲਬ ਆ ਵੀ ਤਾਂ ਕਿ ਭਈ ਕਨਫਿਊਜ਼ਨ ਦੀ ਗੁੰਜਾਇਸ਼ ਹੀ ਨਾ ਰਵੇ। ਬਿਲਕੁਲ ਜੀ, ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਨੇ ਵੀ ਜਦੋਂ ਆਪਾਂ ਲੈਂਗੁਏਜ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇਹ ਵੀ ਚੀਜ਼ ਇੰਪੋਰਟੈਂਟ ਆ ਭਈ ਆਪਾਂ ਜਦੋਂ ਕੋਈ ਵੀ ਚੀਜ਼ ਲਿਖੀਏ ਜੀ ਉਹਦੇ ਵਿੱਚ ਜੇ ਕੋਈ ਸੰਭਾਵਨਾ ਵੀ ਬਣਦੀ ਆ ਵੀ ਇਹਨੂੰ ਕੋਈ ਬੰਦਾ ਜਿਹੜਾ ਵੀ ਉਹ ਇਦਾਂ ਸਮਝ ਸਕਦਾ ਹੈ, ਮਿਸ ਇੰਟਰਪ੍ਰੀਟ ਕਰ ਸਕਦਾ ਤੇ ਉਹਦੇ ਬਾਰੇ ਕਲੈਰੀਫਿਕੇਸ਼ਨ ਜਿਹੜੀ ਆ ਉਹ ਨਾਲੋਂ ਨਾਲ ਹੀ ਨੱਥੀ ਹੋਵੇ। ਬਿਲਕੁਲ ਬਿਲਕੁਲ ਭਈ ਉਹਦੇ ਵਿੱਚ ਵੀ ਕਿਉਂਕਿ ਉਹ ਉੱਥੇ ਹੀ ਆਉਣਾ ਫਿਰ ਵੀ ਜਿਹੜੀ ਸਾਡੀ ਸ਼ਬਦ ਚੋਣ ਆ ਵਾਕ ਬਣਤਰ ਆ ਵੀ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਫਿਰ ਤਾਂ ਕਰਕੇ ਵੀ ਜਿਹੜਾ ਮਹੱਤਵਪੂਰਨ ਜਿਹੜਾ ਵੀ ਉਹ ਹੋ ਜਾਂਦਾ ਕਿਉਂਕਿ ਉਹਦੀ ਭਾਈ ਫਿਰ ਪੂਰੇ ਵਾਕ ਦੀ ਜਿਹੜੀ ਇੰਪੋਰਟੈਂਸ ਆ ਉਹਦੀ ਸੈਂਸ ਖਤਮ ਹੋ ਜਾਂਦੀ ਆ। ਕਿਉਂਕਿ ਗੁਰਬਾਣੀ ਵੀ ਪੜ੍ਹਦੇ ਵੇਲੇ ਸਾਨੂੰ ਇਹ ਹਦਾਇਤ ਹੁੰਦੀ ਹੈ ਕਿ ਜਿਹੜਾ ਵਿਸ਼ਰਾਮ ਆ ਉਹ ਪ੍ਰੋਪਰ ਹੋਣਾ ਚਾਹੀਦਾ ਆ, ਪ੍ਰੋਪਰ ਜਗ੍ਹਾ 'ਤੇ ਹੋਣਾ ਚਾਹੀਦਾ। ਜੇ ਤੁਸੀਂ ਵਿਸ਼ਰਾਮ ਅੱਗੇ ਪਿੱਛੇ ਕਰਤਾ ਤੇ ਫਿਰ ਉਸ ਤੁਕ ਦੇ ਅਰਥ ਕੁਝ ਹੋਰ ਹੀ ਬਣ ਜਾਣਗੇ। ਇਸ ਕਰਕੇ ਇਹਨਾਂ ਚੀਜ਼ਾਂ ਦਾ ਬਿਲਕੁਲ ਸਾਨੂੰ ਧਿਆਨ ਰੱਖਣਾ ਚਾਹੀਦਾ। ਉੱਥੇ ਹੀ ਨਾ ਜਦੋਂ ਕਈ ਕੀਰਤਨੀਏ ਜਿਹੜੇ ਆ ਵੀ ਉਹ ਜਦੋਂ ਸ਼ਬਦ ਪੜ੍ਹਦੇ ਆ ਕੋਈ ਜੀ ਤੇ ਉਹਦੇ ਵਿੱਚੋਂ ਵੀ ਜਿਹੜਾ ਹੈਗਾ ਨਾ ਵੀ ਇੱਕ ਤਾਂ ਰਹਾਉ ਦੀ ਤੁਕ ਨੂੰ ਰਹਾਉ ਵਜੋਂ ਵਰਤਣੇ ਦੇ ਵੀ ਕਿਸੇ ਹੋਰ ਤੁਕ ਨੂੰ ਸ਼ਬਦ ਦੇ ਵਿੱਚੋਂ ਵਰਤਣ ਲੱਗ ਪੈਂਦੇ ਆ ਜੀ। ਇੱਕ ਤੇ ਉਹਦੇ ਨਾਲ ਵੀ ਕਨਫਿਊਜ਼ਨ ਹੁੰਦੀ ਆ ਕਿਉਂਕਿ ਬਹੁਤੇ ਸਾਡੇ ਵਿੱਚੋਂ ਹੁਣ ਪੜ੍ਹਨੇ ਦੀ ਜਿਹੜੀ ਆਦਤ ਆ ਵੀ ਉਹ ਛੱਡ ਚੁੱਕੇ ਆ, ਸੁਣ ਕੇ ਹੀ ਜਿਹੜਾ ਆ ਵੀ ਉਹ ਗੁਰਬਾਣੀ ਨੂੰ ਵੀ ਮਤਲਬ ਇੱਦਾਂ ਚੇਤੇ ਰਹਿ ਜਾਵੇ ਕੋਈ ਸ਼ਬਦ ਜਿਹੜਾ ਵੀ ਬਹੁਤੀ ਵਾਰੀ ਸੁਣਿਆ ਤੇ ਉਹ ਦਿਮਾਗ 'ਚ ਰਹਿ ਜਾਂਦਾ ਤੇ ਉਹ ਜੋ ਦਿਮਾਗ 'ਚ ਰਹਿ ਰਿਹਾ ਆ ਉਹ ਡਿਫਰੈਂਟ ਹੋ ਜਾਂਦਾ ਜੋ ਬਾਣੀ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਆ ਤੇ ਉਹ ਹੀ ਉੱਦਾਂ ਹੀ ਫਿਰ ਜਦੋਂ ਸ਼ਬਦ ਦੀ ਜਿਹੜੀ ਆ ਵੀ ਧੁਨ ਜਿਹੜੀ ਆ ਵੀ ਆਪਣਾ ਜਿਹੜੀ ਸ਼ਬਦ ਆ ਵੀ ਅੱਖਰ ਜਿਹੜਾ ਵਰਤਿਆ ਜਾਂਦਾ ਇਹਦੀ ਟਰਮ ਉਹ ਹੈਗੀ ਰੀਤ ਜੀ। ਸੋ ਜਿਹੜੀ ਸ਼ਬਦ ਜਿਸ ਰੀਤ ਦੇ ਵਿੱਚ ਗਾਇਆ ਜਾ ਰਿਹਾ ਹੈ ਵੀ ਉਹਨੂੰ ਜਦੋਂ ਆਪਾਂ ਇਹ ਵੇਖਦੇ ਹਾਂ ਵੀ ਅੱਧੀ ਤੁਕ ਜਿਹੜੀ ਆ ਪਿੱਛੋਂ ਲੈ ਕੇ ਤੇ ਉੱਥੋਂ ਸ਼ਬਦ ਸ਼ੁਰੂ ਕਰਕੇ ਜੀ ਤੇ ਫਿਰ ਉਹਨੂੰ ਉਸ ਧੁਨ ਦੇ ਵਿੱਚ ਫਿੱਟ ਕਰਕੇ ਤੇ ਉਹਨੂੰ ਗਾਇਆ ਜਾ ਰਿਹਾ ਤੇ ਉਹ ਬਿਲਕੁਲ ਹੀ ਹੋਰ ਦਾ ਕੁਛ ਹੀ ਬਣ ਜਾਂਦਾ। ਸਹੀ ਗੱਲ। ਸੋ ਉਹ ਵੀ ਚੀਜ਼ਾਂ ਜਿਹੜੀਆਂ ਉਹ ਸਾਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹਦਾ ਖਿਆਲ ਰੱਖਣੇ ਦੀ ਲੋੜ ਆ ਵੀ
ਜਿਹੜੀ ਗਾਣ ਦੇ ਵੀ ਰੂਲ ਨੇ ਨਾ, ਹੂੰ ਗੁਰਬਾਣੀ ਗਾਇਨ ਦੇ, ਹੂੰ ਵੀ ਸ਼ਬਦ ਕੀਰਤਨ ਦੇ, ਵੀ ਉਹ ਵੀ ਪ੍ਰੋਪਰਲੀ ਫੋਲੋ ਹੋਣੇ ਚਾਹੀਦੇ ਆ। ਨਹੀਂ ਤਾਂ ਮਤਲਬ ਵੀ ਉਹ ਵੀ ਅਸੀਂ ਆਪਣੇ ਆਪ ਲਈ ਵੀ ਇੱਕ ਪ੍ਰੋਬਲਮ ਜਿਹੜੀ ਆ ਉਹ ਆਪ ਕ੍ਰੀਏਟ ਕਰ ਰਹੇ ਆ। ਸੋ ਇਹ ਚੀਜ਼ਾਂ ਨਹੀਂ, ਸਹੀ ਧਿਆਨ ਗੱਲ ਮੰਗਦੀਆਂ। ਸਹੀ ਗੱਲ ਹੈ ਜੀ, ਬਿਲਕੁਲ। ਤੇ ਅੱਗੇ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਸਰੂਪ ਅਕਾਲ ਪੁਰਖ ਦਾ ਮੂਲ ਮੰਤਰ ਵਿੱਚ ਵਰਣਨ ਕੀਤਾ ਹੈ, ਉਸ ਵਿੱਚ ਉਹਨਾਂ ਦਾ ਭਾਰਤ ਵਰਸ਼ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਅਤੇ ਚਿੰਤਕਾਂ ਨਾਲੋਂ ਚੋਖਾ ਭੇਦ ਹੋ ਗਿਆ ਹੈ। ਜੈਨ ਅਤੇ ਬੁੱਧ ਧਰਮ ਅਤੇ ਸਾਂਖ ਸ਼ਾਸਤਰ ਈਸ਼ਵਰ ਦੀ ਹੋਂਦ ਹੀ ਨਹੀਂ ਮੰਨਦੇ, ਪਰੰਤੂ ਸਤਿਗੁਰ ਆਖਦੇ ਹਨ ਕਿ ਇੱਕ ਓਂਕਾਰ ਪਰਮ ਸਤ ਅਥਵਾ ਨਿਰੰਕਾਰ ਹੈ। ਵੇਦਕ ਕਰਮ ਕਾਂਡ ਦੇ ਉਪਾਸਕ ਕਈ ਦੇਵੀ ਦੇਵਤਿਆਂ ਨੂੰ ਜਗਤ ਦਾ ਸਿਰਜਣਹਾਰ ਅਤੇ ਪੂਜਦੇ ਹਨ, ਪਰੰਤੂ ਗੁਰੂ ਨਾਨਕ ਸਾਹਿਬ ਇੱਕ ਨੂੰ ਹੀ ਪਦਵੀ ਦਿੰਦੇ ਹਨ। ਸਾਂਖ ਸ਼ਾਸਤਰ ਪੁਰਸ਼ ਅਤੇ ਪ੍ਰਕਿਰਤੀ ਨੂੰ ਅਨਾਦਿ ਮੰਨਦਾ ਹੈ, ਯੋਗ ਈਸ਼ਵਰ ਦੀ ਹਸਤੀ ਮੰਨਦਾ ਹੈ, ਪਰੰਤੂ ਪੁਰਸ਼ਾਂ ਅਤੇ ਪ੍ਰਕਿਰਤੀ ਨੂੰ ਉਸ ਦੀ ਕਿਰਤ ਨਹੀਂ ਮੰਨਦਾ। ਗੁਰੂ ਨਾਨਕ ਸਾਹਿਬ ਇਹ ਮੰਨਦੇ ਹਨ ਕਿ ਜੀ ਅਤੇ ਹੋਰ ਆਕਾਰ ਸਭ ਨਿਰੰਕਾਰ ਨੇ ਪੈਦਾ ਕੀਤੇ ਹਨ। ਨਿਆਂ ਅਤੇ ਵੈਸ਼ੇਸ਼ਕ ਈਸ਼ਵਰ ਨੂੰ ਸੰਸਾਰ ਦਾ ਨਿਮਿਤ ਕਾਰਨ ਮੰਨਦੇ ਹਨ, ਪਰੰਤੂ ਉਪਾਦਾਨ ਕਾਰਨ ਅਣੂ ਹਨ ਜੋ ਸਦੀਵੀ ਹਨ। ਜੈਮਿਨੀ ਜੀ ਆਪਣੇ ਪੂਰਵ ਮੀਮਾਂਸਾ ਵਿੱਚ ਈਸ਼ਵਰ ਦਾ ਕੋਈ ਜ਼ਿਕਰ ਨਹੀਂ ਕਰਦੇ। ਸ਼ੰਕਰ ਜੀ ਵੇਦਾਂਤ ਦੇ ਪ੍ਰਚਾਰਕ ਬ੍ਰਹਮ ਨੂੰ ਤਟਸਥ ਅਤੇ ਅਕ੍ਰਿਤੀ ਮੰਨਦੇ ਹਨ। ਮਾਇਆ ਜੋ ਨਾ ਸਤ ਹੈ ਨਾ ਅਸਤ ਹੈ, ਨਾ ਸਤ ਅਸਤ ਹੈ, ਉਸ ਦੀ ਰਚਤ ਖੇਡ ਇਹ ਸੰਸਾਰ ਹੈ, ਪਰੰਤੂ ਗੁਰੂ ਜੀ ਸੰਸਾਰ ਦਾ ਕਰਤਾ ਉਸ ਇੱਕ ਨੂੰ ਮੰਨਦੇ ਹਨ। ਮਾਇਆ ਆਦਿ ਕਿਸੇ ਸ਼ਕਤੀ ਦੀ ਸਹਾਇਤਾ ਦੀ ਉਸ ਨੂੰ ਲੋੜ ਨਹੀਂ। ਅਜੂਨੀ ਆਖ ਕੇ ਅਵਤਾਰਵਾਦ ਦਾ ਖੰਡਨ ਕੀਤਾ ਹੈ। ਸਤਿਗੁਰ ਕੇਵਲ ਇੱਕੋ ਹਸਤੀ ਨੂੰ ਅਨਾਦ ਤੇ ਸਾਰੀ ਉਤਪਤੀ ਦਾ ਆਦਿ ਕਾਰਨ ਮੰਨਦੇ ਹਨ। ਫਿਰ ਅੱਗੇ ਗੁਰਬਾਣੀ ਦਾ ਹਵਾਲਾ ਦਿੱਤਾ ਹੈ ਕਿ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਘਟ ਘਟ ਦੇਖਿਆ, ਬੁਲਾਵਲ ਮਹਿਲਾ ਪਹਿਲਾ ਥਿੱਤੀ ਪੰਨਾ 39। ਰਾਈਟ, ਕਿਉਂਕਿ ਇਹਦੇ ਵਿੱਚ ਨਾ ਵੀ ਬਹੁਤ ਵਧੀਆ ਉਹਨਾਂ ਨੇ ਵੀ ਜਿਹੜੀਆਂ ਵੀ ਡਿਫਰੈਂਸਿਸ ਜਿਹੜੇ ਨੇ ਵੀ ਉਹ ਇੱਥੇ ਗਿਣ ਦਿੱਤੇ ਨੇ, ਕੰਪੈਰੀਜ਼ਨ ਕਰਤਾ ਵੀ ਜਿੱਥੇ ਕਿਉਂਕਿ ਆਮ ਨਹੀਂ ਤਾਂ ਵੀ ਇਹੀ ਸਟੇਟਮੈਂਟਾਂ ਦੇ ਦਿੰਦੀਆਂ, ਜਿੱਦਾਂ ਅੱਗੇ ਵੀ ਕਿਹਾ ਵੀ ਇਹ ਜੀ ਸਾਰੇ ਧਰਮ ਇੱਕੋ ਹੀ ਗੱਲ ਕਰਦੇ ਨੇ। ਸੋ ਹੁਣ ਉਹ ਜਿਹੜੀਆਂ ਚੀਜ਼ਾਂ ਨੇ ਵੀ ਉਹ ਉਹਨਾਂ ਨੇ ਫਰਕ ਜਿਹੜਾ ਹੋ ਰਿਹਾ ਹੈਗਾ ਵੀ ਉਹ ਦੱਸ ਦਿੱਤਾ, ਖਾਸ ਤੌਰ 'ਤੇ ਵੀ ਜੇ ਤੁਸੀਂ ਆ ਜਿਹੜੀ ਸਾਂਖਿਆ ਆ ਜਾਂ ਸਾਂਖ ਜਿਹੜੀ ਆ ਵੀ ਉਹ ਫਿਲਾਸਫੀ ਜੇ ਤੁਸੀਂ ਧਿਆਨ ਦਿਓ, ਜਾਂ ਇਹ ਹਿੰਦੂਆਂ ਦੀ ਜਿਹੜੀ ਆ ਅਤੇ ਜਾਂ ਜੈਨੀਆਂ ਦੀ, ਬੋਧੀਆਂ ਦੀ ਆ, ਅਤੇ ਹੁਣ ਜੈਨੀ ਦੇ ਜਿਹੜੇ ਆ ਵੀ ਉਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਣਾ ਹੀ ਦਿੱਤੇ ਵੀ ਹਿੰਦੂਆਂ ਦਾ ਹੀ ਫਰਕ ਆ, ਜਦ ਕਿ ਇੰਡੀਆ ਦੇ ਵਿੱਚ ਤਾਂ ਬੋਧੀਆਂ ਨੂੰ ਵੀ ਫਰਕ ਰਿਹਾ ਨਹੀਂ, ਹੁਣ ਤਾਂ ਸਿੱਖਾਂ ਦਾ ਵੀ ਉਹਨਾਂ ਨੇ ਹੌਲੀ ਹੌਲੀ ਉਹੀ ਕੰਮ ਕਰਨ ਦੇ ਆ। ਪਰ ਜਿਹੜਾ ਹੈਗਾ ਨਾ ਵੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜਾ ਇਹ ਘੁਣ ਲੱਗਿਆ ਆ ਵੀ ਬਾਹਮਣਵਾਦ ਦਾ, ਵੀ ਜਿਹੜਾ ਜਾਂ ਸਰਪ ਜਿਹੜਾ ਬਾਹਮਣਵਾਦ ਦਾ ਵੀ ਉਹ ਹਰੇਕ ਚੀਜ਼ ਨੂੰ ਨਿਗਲੀ ਜਾ ਰਿਹਾ, ਅਤੇ ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਸਤਰਕ ਹੋਣੇ ਦੀ ਵੀ ਲੋੜ ਆ, ਅਤੇ ਆਪਣੀ ਜਿਹੜੀ ਸਟਰੈਟਜੀ ਆ ਉਹ ਵੀ ਬਣਾਉਣੇ ਦੀ ਲੋੜ ਆ। ਵੀ ਜਦੋਂ ਆਪਾਂ ਖਾਸ ਤੌਰ 'ਤੇ ਵੀ ਜੈਨੀਆਂ ਵੱਲ ਵੇਖਦੇ ਹਾਂ ਵੀ ਜਿੱਦਾਂ ਬੋਧੀ ਜਿਹੜੇ ਇੰਡੀਆ ਦੇ ਨੇ ਉਹਨਾਂ ਨੂੰ ਤਾਂ ਚਲੋ ਮੰਨ ਲਓ ਵੀ ਬਾਹਮਣਵਾਦ ਨਿਕਲ ਗਿਆ, ਪਰ ਜਿਹੜੇ ਬੋਧੀ ਇੱਧਰ ਬਾਹਰ ਨਿਕਲ ਗਏ ਵੀ ਚੀਨ ਵੱਲ ਦੇ ਹੋ ਗਏ ਜਾਂ ਥਾਈਲੈਂਡ ਵੀਅਤਨਾਮ ਵਗੈਰਾ ਇੱਧਰੋਂ ਸਾਰੇ ਵੀ ਉਹ ਅਜੇ ਵੀ ਬਚੇ ਹੋਏ ਆ, ਅਤੇ ਪਰ ਉਹ ਕਦੋਂ ਤੱਕ ਬਚੇ ਆ ਵੀ ਉਹ ਇਸ ਚੀਜ਼ 'ਤੇ ਨਿਰਭਰ ਹੋਣਾ ਵੀ ਜਿਹੜਾ ਬਾਹਮਣ ਦਾ ਵਿਪਰ ਦਾ ਜਿਹੜਾ ਅਜਗਰ ਆ ਵੀ ਉਹ ਕਿੰਨਾ ਕੁ ਸਟਰੋਂਗ ਹੁੰਦਾ ਅੱਗੇ। ਜੇ ਉਹਦੀ ਜਿਹੜੀ ਤਾਕਤ ਆ ਉਹ ਇੱਦਾਂ ਹੀ ਵਧੀ ਗਈ ਉਹਨੇ ਹੌਲੀ ਹੌਲੀ ਕਰਕੇ ਆਲਾ ਦੁਆਲਾ ਜਿਹੜਾ ਆ ਵੀ ਉਹ ਨਿਕਲਣ ਦੇ ਵਿੱਚ ਕੋਈ ਕਸਰ ਛੱਡਣੀ ਨਹੀਂ। ਅਤੇ ਉਹਦੇ ਲਈ ਹੁਣ ਸਾਡੀ ਜਿਹੜੀ ਕੋਈ ਸਟਰੈਟਜੀ ਹੋਵੇ ਉਹ ਜ਼ਰੂਰੀ ਆ, ਨਹੀਂ ਤਾਂ ਅਸੀਂ ਆਪਣੇ ਬੱਚਿਆਂ ਲਈ ਵੀ ਜਿਹੜੀ ਦੁਨੀਆ ਛੱਡ ਜਾਣੀ ਆ ਉਹ ਕੋਈ ਬਾਹਲੀ ਕਹਿ ਲਓ ਵੀ ਸੁੱਖ ਵਾਲੀ ਨਹੀਂ ਹੋਣੀ। ਬਿਲਕੁਲ ਸਹੀ ਗੱਲ। ਸੋ ਉਹਦੇ ਲਈ ਫਿਰ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਹੋਣੀ ਆ ਵੀ ਅਸੀਂ ਜੇ ਜੋ ਇਸ ਵੇਲੇ ਨੀਆਂ ਰੱਖਣੇ ਦੀ ਲੋੜ ਆ ਵੀ ਜੇ ਉਹ ਅਸੀਂ ਨਹੀਂ ਨੀਆਂ ਰੱਖਦੇ ਜਾਂ ਉਹ ਜਿਹੜਾ ਬੀਜਣੇ ਦੀ ਲੋੜ ਆ ਉਹ ਅਸੀਂ ਨਹੀਂ ਬੀਜਦੇ, ਅਤੇ ਅਸੀਂ ਜਿਹੜੀਆਂ ਭਵਿੱਖ ਦੀਆਂ ਸਾਡੀਆਂ ਜਨਰੇਸ਼ਨਾਂ ਨੇ ਵੀ ਉਹਨਾਂ ਲਈ ਬਹੁਤਾ ਵਧੀਆ ਕੰਮ ਨਹੀਂ ਕਰਕੇ ਜਾਵਾਂਗੇ। ਅਤੇ ਜਿਹੜਾ ਦੂਸਰਾ ਹੈਗਾ ਆ ਸਾਂਖ ਹੋ ਗਈ ਅਤੇ ਹੋਰ ਹੋ ਗਈ, ਉਹ ਤਾਂ ਡਰਾਮੇ ਸਾਰੇ ਜਿਹੜੇ ਆ ਵੀ ਉਹ ਵਿਪਰ ਦੇ ਹਥਿਆਰ ਜਿਹੜੇ ਆ ਨਾ ਸਮੇਂ ਦੇ ਮੁਤਾਬਕ ਉਹ ਘਟਦਾ ਰਹਿੰਦਾ।
ਵੀ ਜਿੱਦਾਂ RSS ਆ ਜਾਂ ਹੋਰ ਸਾਰਾ ਕੁਝ ਹੈਗਾ ਆ ਜੀ। ਤੇ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਇਦਾਂ ਹੀ ਸਾਖ ਜਿਹੜੀ ਆ ਵੀ ਉਹ ਗਿਣਤੀ ਮਿਣਤੀ ਦੀ ਜਿਹੜੀ ਫਿਲਾਸਫੀ ਆ ਵੀ ਸੰਖਿਆ ਤੋਂ ਸੰਖਿਆ ਜਿਹੜੀ ਉਹ ਹੁੰਦੀ ਕਾਊਂਟਿੰਗ ਤੇ ਉਹ ਸਾਖ ਜਿਹੜੀ ਆ ਵੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹ ਗਿਣਤੀਆਂ ਮਿਣਤੀਆਂ ਦਾ ਚੱਕਰ ਆ ਵੀ ਇਹ ਜੀ ਵੀ ਇੰਨੇ ਤੱਤ ਨੇ, ਇੰਨੇ ਆ ਕਿ ਗੁਣ ਨੇ, ਇੰਨਾ ਆ ਇੰਨਾ ਉਹ ਆ, ਤੇ ਉਹ ਕਰ ਕਰਕੇ ਤੇ ਉਹਨਾਂ ਨੇ ਉਹ ਪੂਰਾ ਜਿਹੜਾ ਆ ਵੀ ਉਹ ਨਕਸ਼ਾ ਘੜਿਆ ਜੀ ਵੀ ਜਿਹਦੇ ਵਿੱਚ ਉਹ ਆਪ ਜਿਹੜੇ ਆ ਵੀ ਉਹ ਸਾਰਿਆਂ ਦੇ ਸਿਰ ਤੇ ਬਹਿ ਜਾਂਦੇ ਆ। ਕਿਉਂਕਿ ਉਹ ਵਿਪਰ ਦੀ ਕੋਈ ਵੀ ਜਿਹੜੀ ਹੈ ਨਾ ਫਿਲਾਸਫੀ ਉਹ ਘੜੀ ਹੋਵੇ ਆਪ ਵਿਪਰ ਜਿਹੜਾ ਵੀ ਉਹ ਸਾਰਿਆਂ ਦੇ ਸਿਰ ਤੇ ਚੜ੍ਹ ਕੇ ਬਹਿ ਜਾਂਦਾ। ਸਹੀ ਗੱਲ ਹੈ। ਸੋ ਉਹ ਚੀਜ਼ਾਂ ਜਦੋਂ ਤੁਸੀਂ ਧਿਆਨ 'ਚ ਰੱਖਦੇ ਆ ਤੇ ਫਿਰ ਇਹ ਆ ਵੀ ਇਹਨਾਂ ਨੂੰ ਪੜ੍ਹਨਾ ਤੇ ਵਿਚਾਰਨਾ ਤੇ ਫਿਰ ਇਹਦਾ ਤੋੜ ਜਿਹੜਾ ਆ ਵੀ ਉਹ ਲੱਭਣਾ ਤੇ ਉਹਨੂੰ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਇਨ ਪ੍ਰੈਕਟਿਸ ਕਹਿ ਲਓ ਅਪਲਾਈ ਕਰਨਾ। ਬਿਲਕੁਲ। ਤੇ ਉਹ ਚੀਜ਼ਾਂ ਜਿਹੜੀਆਂ ਵੀ ਉਹ ਸਾਡੀ ਤੁਹਾਡੀ ਸਾਰਿਆਂ ਦੀ ਜਿਹੜੀ ਆ ਵੀ ਉਹ ਜ਼ਿੰਮੇਵਾਰੀ ਬਣਦੀ ਹੈ। ਨਹੀਂ ਵੈਸੇ ਉੱਦਾਂ ਭਾਈ ਜੇ ਦੇਖਿਆ ਜਾਵੇ ਤੋੜ ਤਾਂ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤਾ ਆ। ਬਿਲਕੁਲ ਹੈ ਨਾ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਿਧਾਂਤ ਹੈਗੇ ਪਰ ਉਹ ਇਹ ਆ ਵੀ ਮੌਕੇ ਦੇ ਮੁਤਾਬਕ ਜਿਹੜਾ ਇਹ ਹਥਿਆਰ ਹੈ ਨਾ ਵੀ ਜਿੱਦਾਂ ਬਾਹਮਣ ਜਿਹੜਾ ਹੈ ਮੌਕੇ ਦੇ ਮੁਤਾਬਕ ਨਵਾਂ ਹਥਿਆਰ ਘੜ ਲੈਂਦਾ ਜੀ ਜੀ। ਸੋ ਉਹਦੀ ਕਾਟ ਜਿਹੜੀ ਆ ਉਹ ਵੀ ਮੌਕੇ ਦੇ ਮੁਤਾਬਕ ਹੀ ਘੜਨ ਦੀ ਜਿਹੜੀ ਆ ਵੀ ਉਹ ਲੋੜ ਪੈਂਦੀ ਆ। ਸਹੀ ਗੱਲ। ਸੋ ਠੀਕ ਆ ਵੀ ਬੇਸ ਆਪਣੇ ਕੋਲੇ ਤੇ ਨੌਲੇਜ ਜਿਹੜੀ ਆ ਤੇ ਜਾਂ ਜਿਹੜੀ ਕਹਿ ਲਓ ਵੀ ਜੋ ਰਿਕੁਆਇਰਡ ਆ ਜ਼ਰੂਰਤ ਜੇ ਇਸ ਚੀਜ਼ ਦੀ ਉਹ ਗੁਰੂ ਪਾਤਸ਼ਾਹ ਨੇ ਸਾਨੂੰ ਦੇ ਦਿੱਤਾ ਸਾਰਾ। ਸੋ ਉਹਨੂੰ ਆਪਾਂ ਪਹਿਲਾਂ ਗੁਰਬਾਣੀ ਸਮਝੀਏ ਪੜ੍ਹੀਏ ਫਿਰ ਜੋ ਦੁਸ਼ਮਣ ਦਾ ਹਥਿਆਰ ਆ ਉਹਦੀ ਜਿਹੜੀ ਆ ਐਕਟੀਵਿਟੀ ਜਾਂ ਉਹ ਕਿੱਦਾਂ ਕੰਮ ਕਰਦਾ ਆ ਸੋ ਉਹਨੂੰ ਸਮਝੀਏ ਵਿਚਾਰੀਏ ਤੇ ਫਿਰ ਉਹਦੀ ਕਾਟ ਜਿਹੜੀ ਆ ਵੀ ਉਹਨੂੰ ਫਿਰ ਆਪਾਂ ਉਹਦਾ ਉਹ ਜਿਹੜਾ ਹਮਲਾ ਉਹਨੂੰ ਖੁੰਡਾ ਕਿੱਦਾਂ ਕਰਨਾ ਹੈ ਯਾਨੀ ਕਿ ਉਹ ਜਿਸ ਹਿਸਾਬ ਨਾਲ ਹਮਲੇ ਕਰਦਾ ਹੈ ਸਿਧਾਂਤਾਂ ਦੇ ਉੱਤੇ ਸਿੱਖ ਧਰਮ ਦੇ ਉੱਤੇ। ਨਹੀਂ ਬਿਲਕੁਲ ਭਾਜੀ ਉਹ ਤਾਂ ਗੱਲ ਹੈਗੀ ਹੈ ਕਿ ਕਿਹੜੇ ਤਰੀਕੇ ਨਾਲ ਤੁਸੀਂ ਉਹਨਾਂ ਦੇ ਹਮਲਿਆਂ ਦਾ ਜਵਾਬ ਦੇਣਾ ਹੈ, ਉਹਨਾਂ ਦੇ ਹਮਲਿਆਂ ਦਾ ਕਿੱਦਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਅਨਨੈਸੈਸਰੀ ਸਵਾਲਾਂ ਦਾ ਜਿਹੜਾ ਹੈਗਾ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਸ਼ੰਕੇ ਪੈਦਾ ਕਰਦਾ ਹੈ ਉਹਨੂੰ ਕਿੱਦਾਂ ਨਿਵਰਤ ਕਰਨਾ ਹੈ, ਕਿੱਦਾਂ ਆਪਣੇ ਬੱਚਿਆਂ ਨੂੰ ਤੁਸੀਂ ਸਟਰੋਂਗ ਕਰਨਾ ਹੈ। ਉਹ ਕਈ ਚੀਜ਼ਾਂ ਮਤਲਬ ਉਹ ਇੱਕ ਸਟ੍ਰੈਟਜੀ ਦਾ ਹਿੱਸਾ ਹੋਣਾ ਚਾਹੀਦਾ ਹੈ ਸਾਡੀ ਕਿ ਅਸੀਂ ਕਿੱਦਾਂ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਜਨਰੇਸ਼ਨਾਂ ਨੂੰ ਸਿੱਖੀਜ਼ਮ ਕਿੱਦਾਂ ਡਿਲੀਵਰ ਕਰਨੀ ਹੈ ਤੇ ਉਹ ਵੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਹ ਸਿੱਖੀਜ਼ਮ ਜਿਹੜੀ ਹੈਗੀ ਹੈ ਜਿਹੜੇ ਸਿਧਾਂਤ ਆ ਗੁਰੂ ਸਾਹਿਬ ਵੱਲੋਂ ਬਖਸ਼ੇ ਉਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਡਿਲੀਵਰ ਹੋ ਜਾਣ ਤਾਂ ਕਿ ਉਹਨਾਂ ਦੇ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਟਪਲਾ ਨਾ ਰਹਿ ਜਾਵੇ। ਤੇ ਉਹ ਚੀਜ਼ਾਂ ਦਾ ਵੀ ਸਾਨੂੰ ਬਿਲਕੁਲ ਧਿਆਨ ਰੱਖਣ ਦੀ ਲੋੜ ਹੈਗੀ ਕਿਉਂਕਿ ਭਾਜੀ ਇਹ ਬਾਹਮਣ ਦੀ ਗੱਲ ਕਰ ਲਈਏ ਚਾਹੇ RSS ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਦਾ ਮੁੱਢ ਤੋਂ ਹੀ ਇਹ ਕੰਮ ਰਿਹਾ ਆ ਕਿ ਸ਼ੁਰੂ ਤੋਂ ਹੀ ਇਹ ਕੰਮ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਬਾਕੀ ਧਰਮਾਂ ਨੂੰ ਤੁਸੀਂ ਨਿਗਲਣਾ ਹੈਗਾ ਆ, ਬਾਕੀ ਧਰਮਾਂ ਨੂੰ ਕਿਹੜੇ ਹਿਸਾਬ ਨਾਲ ਖ਼ਤਮ ਕਰਨਾ ਹੈਗਾ ਆ ਕਿਉਂਕਿ ਹਜੇ ਬਾਕੀ ਜੇ ਬੌਧੀਆਂ ਜਾਂ ਜੈਨੀਆਂ ਦੀ ਗੱਲ ਕਰ ਲਈ ਖਾਸ ਕਰ ਇੰਡੀਆ ਵਿੱਚ ਉਹ ਆਲਮੋਸਟ ਉਹਨਾਂ ਨੂੰ ਨਿਗਲ ਚੁੱਕੇ ਹੈਗੇ ਆ ਲੇਕਿਨ ਸਿੱਖਾਂ ਦੇ ਵਿੱਚ ਹਜੇ ਵੀ ਉਹਨਾਂ ਨੂੰ ਪ੍ਰੋਬਲਮ ਆ ਰਹੀਆਂ ਹੈਗੀਆਂ, ਸਮੱਸਿਆਵਾਂ ਕਈ ਤਰ੍ਹਾਂ ਦੀਆਂ ਆ ਰਹੀਆਂ ਆ। ਜ਼ੋਰ ਪੂਰਾ ਲੱਗਾ ਪਿਆ ਉਹਨਾਂ ਦਾ ਤੇ ਲੇਕਿਨ ਉਹਦੇ ਵਿੱਚ ਕੀ ਹੈਗਾ ਹੈ ਕਿ ਗੁਰਬਾਣੀ ਦੀ ਬੇਸ ਗਰਾਊਂਡ ਸਾਡੇ ਕੋਲ ਹੋਣ ਕਰਕੇ ਜਿਹੜੀਆਂ ਸੰਸਥਾਵਾਂ ਗੁਰਬਾਣੀ ਨਾਲ ਜੁੜੀਆਂ ਹੋਈਆਂ ਨੇ ਤਾਂ ਉਹਨਾਂ ਕਰਕੇ ਉਹਨਾਂ ਨੂੰ ਉੜੀਕਾ ਲੱਗਦਾ ਹੈਗਾ, ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਹੈਗੀਆਂ ਤੇ ਉਹ ਚੀਜ਼ਾਂ ਦਾ ਸਾਨੂੰ ਉਹ ਚੀਜ਼ਾਂ ਸਗੋਂ ਐਕਸਪੈਂਡ ਵੀ ਕਰਨੀਆਂ ਚਾਹੀਦੀਆਂ ਆ ਕਿ ਜਿੱਦਾਂ ਜਿਹੜੀਆਂ ਸੰਸਥਾਵਾਂ ਜਾਂ ਜਿਹੜੇ ਸਿੱਖ ਗੁਰਬਾਣੀ ਨਾਲ ਜੁੜੇ ਨੇ ਉਹ ਕਿੱਦਾਂ ਆਪਣੀ ਉਸ ਸੰਸਥਾਵਾਂ ਨੂੰ ਜਾਂ ਆਪਣੇ ਜਿਹੜੇ ਇੰਡੀਵਿਜੂਅਲ ਸਿੱਖ ਕੌਮ ਹੈਗੇ ਆ ਉਹ ਕਿੱਦਾਂ ਉਸ ਚੀਜ਼ਾਂ ਨੂੰ ਐਕਸਪੈਂਡ ਕਰਦੇ ਆ, ਪ੍ਰੋਗਰਾਮ ਰਾਹੀਂ ਕਰਨ, ਆਪਣੇ ਫੇਸਬੁੱਕ ਰਾਹੀਂ ਕਰਨ। ਅੱਜ ਕੱਲ੍ਹ ਤਾਂ ਕਿਉਂਕਿ ਇੱਕ ਤਰ੍ਹਾਂ ਨਾਲ ਚਲੋ ਜੇ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਉਹਦਾ ਨੈਗੇਟਿਵਿਟੀ ਬਹੁਤ ਹੈ ਉਹਦੇ ਵਿੱਚ ਲੇਕਿਨ ਉਹਦਾ ਜੇ ਪੋਜ਼ਿਟਿਵ ਤੁਸੀਂ ਕੱਢਣਾ ਹੈ ਤਾਂ ਜਿਹੜਾ ਵੀ ਸਿੱਖ ਕਿਤੇ ਵੀ ਬੈਠਾ ਹੈ ਉਹ ਕਿੱਦਾਂ ਆਪ ਗੁਰਬਾਣੀ ਨਾਲ ਜੋੜ ਰਿਹਾ ਹੈ ਜਾਂ ਆਪਣੇ ਆਲੇ ਦੁਆਲੇ ਨੂੰ ਕਿੱਦਾਂ ਗੁਰਬਾਣੀ ਨਾਲ ਜੋੜ ਰਿਹਾ ਹੈ ਤੇ ਉਹ ਚੀਜ਼ਾਂ ਸੋਸ਼ਲ ਮੀਡੀਆ ਵਰਤ ਕੇ ਅਸੀਂ ਬਹੁਤ ਉਹਨੂੰ ਸਾਰਥਕ ਤਰੀਕੇ ਨਾਲ ਵਰਤ ਕੇ ਉਹਦੇ ਵਿੱਚੋਂ ਕਈ ਕੁਛ ਆਪਾਂ ਆਪਣਾ ਕੱਢ ਸਕਦੇ ਹੈਗੇ ਆ ਵਰਤਣ ਵਾਸਤੇ। ਤੇ ਉਹ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਦੁਸ਼ਮਣ ਭਾਈ ਜਿੰਨਾ ਦੁਸ਼ਮਣ ਸਟਰੋਂਗ ਹੁੰਦਾ ਜਾਏਗਾ ਉਹਨੇ ਹੀ ਸਾਨੂੰ ਫਿਰ ਹਮਲੇ ਜਿਹੜੇ ਕਾਊਂਟਰ ਹਮਲੇ ਉਹਨੇ ਸਟਰੋਂਗ ਕਰਨੇ ਪੈਣੇ ਹੈ। ਇਸ ਤੋਂ ਪਹਿਲਾਂ ਇਹ ਹੈ ਕਿ ਦੁਸ਼ਮਣ ਨੂੰ ਹੀ ਤੁਸੀਂ ਉਹਦੇ ਜਿਹੜੇ ਹਮਲਿਆਂ ਨੂੰ ਜੇ ਤੁਸੀਂ ਕਮਜ਼ੋਰ ਕਰ ਦੇਵੋ ਉਹਨਾਂ ਦੇ ਜਿਹੜੇ ਜਿੱਥੋਂ ਹਮਲੇ ਕਰਦੇ ਆ ਉਹਨਾਂ ਦਾ ਜਵਾਬ ਕਿੱਦਾਂ ਦੇਣਾ ਆ ਉਹ ਸਾਰੀਆਂ ਸਟ੍ਰੈਟੇਜੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਤਾਂ ਹੀ ਅਸੀਂ ਸੋਚ ਸਕਦੇ ਹਾਂ ਕਿ ਅਸੀਂ ਆਉਣ ਵਾਲੀ ਜਨਰੇਸ਼ਨਾਂ ਨੂੰ ਅਸੀਂ ਆਪ ਬਚਾ ਸਕਦੇ ਹੈਗੇ। ਨਹੀਂ ਤਾਂ ਕੋਈ ਫਿਰ ਇੱਦਾਂ ਦਾ ਇੱਕ ਹੋਰ ਢੱਡਰੀਆਂ ਵਾਲਾ ਅੱਜ ਤੋਂ 10 ਸਾਲ ਬਾਅਦ ਪੈਦਾ ਹੋ ਜਾਏਗਾ ਜਾਂ ਲਿਬੜੀ ਮੱਝ ਵਰਗਾ ਕੋਈ ਹੋਰ ਪੈਦਾ ਹੋ ਜਾਏਗਾ ਕਿਉਂਕਿ ਇਹ ਤਾਂ ਚੱਲਦਾ ਹੀ ਰਹਿਣਾ ਨਾ ਭਾਜੀ, ਇਹ ਚੱਲਦਾ ਹੀ ਰਹਿਣਾ ਆ। ਇੱਦਾਂ ਦੇ ਕੋਈ ਹੋਰ ਗੱਦਾਰ ਪੈਦਾ ਹੋ ਜਾਣਗੇ ਜਿਹੜੇ ਸਿੱਖੀ ਦੀ ਜੜ੍ਹਾਂ 'ਚ ਤੇਲ ਦੇਣ ਨੂੰ ਫਿਰਨਗੇ, ਸਿੱਖੀ ਨੂੰ ਖ਼ਤਮ ਕਰਨ ਨੂੰ ਫਿਰਨਗੇ ਤੇ ਉਹ ਚੀਜ਼ਾਂ ਨੂੰ ਅਸੀਂ ਕਿੱਦਾਂ ਬਚਾ ਕਰਨਾ ਹੈ, ਕਿੱਦਾਂ ਪ੍ਰੋਟੈਕਟ ਕਰਨਾ ਹੈ ਉਹ ਸਾਡੀ ਜ਼ਰੂਰ ਸਟ੍ਰੈਟਜੀ ਦਾ ਹਿੱਸਾ ਹੋਣਾ ਚਾਹੀਦਾ ਫਿਊਚਰ ਦੇ ਵਿੱਚ। ਬਿਲਕੁਲ ਹਾਂ, ਜਿਹੜੇ ਢੱਡਰੀਆਂ ਵਾਲੇ ਦੀ ਗੱਲ ਕੀਤੀ ਜਾਂ ਲਿਬੜੀ ਮੱਝ ਆ ਜਾਂ ਨਿਰੰਕਾਰੀ ਬਾਬੇ ਆ ਜਾਂ ਹੋਰ ਡੇਰੇਦਾਰ ਆ ਜੀ ਬਿਲਕੁਲ
ਇਹ ਸਾਰੇ ਜਿਹੜੇ ਨੇ ਇਹ ਉਹੀ ਬਾਹਮਣ ਦੇ ਜਿਹੜੇ ਮੌਕੇ ਦੇ ਹਥਿਆਰ ਆ ਬਿਲਕੁਲ ਉਹ ਘੜੇ ਹੋਏ ਆ। ਬਿਲਕੁਲ। ਸੋ ਇਸ ਕਰਕੇ ਵੀ ਇਹਨਾਂ ਦਾ ਤੋੜ ਜਿਹੜਾ ਆ ਹੂੰ ਵੀ ਇੱਕ ਤਾਂ ਇਹਨਾਂ ਦੀ ਪਛਾਣ, ਫਿਰ ਇਹਨਾਂ ਦਾ ਤੋੜ, ਵੀ ਉਹ ਸਾਰਾ ਕੁਝ ਜਿਹੜਾ ਆ ਉਹ ਸਾਡੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਜੀ। ਵੀ ਨਹੀਂ ਤਾਂ ਤੇ ਵੀ ਜਿਹੜਾ ਠੱਗ ਹੁੰਦਾ ਆ, ਗਦਾਰ ਹੁੰਦਾ ਆ, ਉਹ ਤੁਹਾਡਾ ਆਪਣਾ ਬਣ ਕੇ ਤੁਹਾਡੇ ਵਿੱਚ ਬਹਿ ਕੇ ਬਿਲਕੁਲ ਤਾਂ ਹੀ ਤੁਹਾਡੀ ਪਿੱਠ 'ਚ ਛੁਰਾ ਮਾਰਦਾ ਹੁੰਦਾ। ਬਿਲਕੁਲ ਸਹੀ ਸੋ ਗੱਲ ਸਿਆਣਪ ਸਾਡੀ ਇਹ ਆ ਵੀ ਅਸੀਂ ਉਹਨੂੰ ਪਛਾਣ ਲਈਏ ਜੀ, ਤੇ ਇਹ ਤੋਂ ਪਹਿਲਾਂ ਵੀ ਉਹ ਸਾਡੀ ਪਿੱਠ 'ਚ ਛੁਰਾ ਮਾਰੇ, ਸਾਡਾ ਨੁਕਸਾਨ ਕਰ ਸਾਡਾ ਦੇ। ਨੁਕਸਾਨ ਕਰੇ, ਸਾਡੀ ਜਿਹੜੀ ਆ ਵੀ ਉਹਨੂੰ ਸਟਾਪ ਕਰਨੇ ਦੀ, ਉਹਨੂੰ ਰੋਕਣੇ ਦੀ ਜਿਹੜੀ ਤਿਆਰੀ ਆ ਉਹ ਪਹਿਲਾਂ ਦੀ ਹੋਵੇ। ਬਿਲਕੁਲ ਭਾਈ। ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਬਿਲਕੁਲ ਧਿਆਨ ਮੰਗਦੀਆਂ ਆ। ਨਹੀਂ ਠੀਕ ਹੈ ਭਾਈ, ਬਿਲਕੁਲ। ਤੇ ਅੱਜ ਦੇ ਪ੍ਰੋਗਰਾਮ ਨੂੰ ਫਿਰ ਅਸੀਂ ਇੱਥੇ ਹੀ ਸੰਕੋਚਦੇ ਹਾਂ ਤੇ ਬਾਰ-ਬਾਰ ਅਸੀਂ ਇੱਥੋਂ ਇਹੀ ਬੇਨਤੀ ਕਰੀਦੀ ਹੈ, ਆਪ ਗੁਰਬਾਣੀ ਪੜ੍ਹੋ, ਵਿਚਾਰੋ ਤੇ ਆਪਣੇ ਜੀਵਨ ਦੇ ਵਿੱਚ ਲੈ ਕੇ ਆਓ, ਤਾਂ ਕਿ ਤੁਹਾਨੂੰ ਕੋਈ ਵੀ ਇੱਦਾਂ ਦੀ ਮੂੰਹ ਠੱਗਣੀਆਂ ਕਰਕੇ ਠੱਗ ਨਾ ਸਕੇ। ਆਪਣੇ ਆਪ ਨੂੰ ਗਿਆਨਵਾਨ ਕਰੋ, ਆਪਣੇ ਤੁਸੀਂ ਦਿਮਾਗ ਦਾ ਪੱਧਰ ਉੱਚਾ ਚੁੱਕੋ, ਆਪਣੀ ਸੋਚ ਦਾ ਪੱਧਰ ਉੱਚਾ ਚੁੱਕੋ, ਤਾਂ ਕਿ ਕੋਈ ਵੀ ਇੱਦਾਂ ਆ ਕੇ ਤੁਹਾਨੂੰ ਹਲਕੀਆਂ ਜਿਹੀ ਦਲੀਲਾਂ ਦੇ ਕੇ ਜਾਂ ਨੀਵੇਂ ਪੱਧਰ ਦੇ ਤਰਕ ਦੇ ਕੇ ਤੁਹਾਨੂੰ ਠੱਗ ਨਾ ਸਕੇ, ਤੁਹਾਨੂੰ ਡਰਾ ਨਾ ਸਕੇ। ਤੇ ਇਸੇ ਹੀ ਨੋਟ ਤੇ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।